पद पंकज बंदन सिमरो अंगद दोकन कंदन दोक निकंदन अमरदास गोर हृदय त्याग श्री गुरु रामदास गुण गाओ श्री गुरु रामदास गुण गाओ गुरु अर्जन विगणन के नाशक विगणन के नाशक गुरु हर गोबिंद शोभ मत पर शोभ मत पर गुरु हर राय नमो कर जोरी नमो कर जोरी गुरु हर कृष्ण मनाए बहुरी मनाए बहुरी तेग बहादुर परम कृपाला जी परम कृपाला गुरु गोबिंद सिंह विसाला गुरु गोबिंद सिंह विसाला तरों तारापुर पुन पुन सीसा जी पुन पुन सीसा बंदो बार बार जगदीशा बंदो बार बार जगदीशा। साहिब श्री गुरु तेग बहादुर महाराज जी दे पावन सीस की शोभ प्राप्त धरती गुरुद्वारा शीशगंज साहिब विखे गुरु साहिब जी के पावन दरबार के अंदर सत संगत के अंदर इतिहास की चल रही लड़ीवार कथा के अंदर हाजरी भर रही साध संगत जी गुरु जी वालों बख्शी हुई फतेह नाल सानू पाओ। वाहिगुरू जी का खालसा वाहिगुरू जी की फतेह। आपां कल सरवण कर रहे सी एक मूला कीड़ नाम का सिख है वो गुरु जी के कोल आउंदा है सिੱਖੀ ਨੂੰ प्राप्त करता है। एक दिन उस दे घर एक ठग आ जाता है जिहड़े ठग ने सिੱਖੀ का रूप धारण किया होया है उहदे कोल बाणी भी उन्होंने कंठ है इन्हां सारियां गल्लां दा वो धारणी है पर फिर भी उहदे जिहड़े कर्म ने वो ठग वाले हैं। आओ किवें अगली फिर कथा उहदे नाल वापरदी है बड़े ध्यान अते सत्कार दे नाल श्रवण करिए जी। दोहरा सेवा करे बेभावरे गुण मूले की नार मूले दी नार ने मूले दी घर वाली ने उन्हें सिੱਖੀ का रूप बनाया होया सी वो ठग की बड़ी सेवा की ते उसने अपने जिहड़े गहने सन वो रात नूं उतार दिते। टोकन रखे उतार के पंचक लई निहार उहदी घर वाली ने जदों गहने उतार के रखे जिहड़ा ठग उत्थे आया होया सी
ਠੱਗ ਨੇ ਇਹ ਵੇਖ ਲਿਆ ਉਹਨੇ ਗਹਿਣੇ ਕਿੱਥੇ ਰੱਖੇ ਹਨ। ਚੋਪਏ सोए रहे जब सब पहचाने, सो भूखण लीने निज पाने। ਜਦੋਂ ਠੱਗ ਨੇ ਵੇਖਿਆ ਕਿ ਹੁਣ ਸਾਰੇ ਸੋ ਗਏ ਨੇ, ਉਹਨੇ ਜਿਹੜੇ ਗਹਿਣੇ ਸੀ ਉੱਥੋਂ ਚੁੱਕ ਲਏ ਹਨ। ਨਿਰਸਨ ਲੱਗਿਓ ਬਹਿਰ ਕੋ ਢਾਏ, ਤਾਰੋ ਕੋਰ ਪਿਖਿਓ ਹਟਿਆਏ। ਫਿਰ ਉਹ ਜਿਹੜਾ ਠੱਗ ਸੀ ਗਹਿਣੇ ਲੈ ਕੇ ਬਾਹਰ ਨੂੰ ਜਾਣਾ ਕਰਦਾ ਹੈ, ਪਰ ਜਦੋਂ ਤੱਕਦਾ ਹੈ ਅੱਗੇ ਦਰਵਾਜ਼ੇ ਨੂੰ ਤਾਲਾ ਲੱਗਿਆ ਹੋਇਆ ਹੈ, ਉਹ ਤਾਲਾ ਵੇਖ ਕੇ ਵਾਪਸ ਮੁੜ ਆਉਂਦਾ ਹੈ। ਮੂਲੇ ਕੋ ਕਰ ਸੰਗ ਜਗਾਵਾ, ਕਪਟ ਧਾਰ ਕੈ ਬਚਨ ਹਲਾਵਾ। ਉਹਨੇ ਆ ਕੇ ਹੱਥ ਲਾ ਕੇ ਮੂਲੇ ਨੂੰ ਉਠਾਇਆ, ਕਹਿੰਦੇ ਮੂਲਿਆ ਮਾੜਾ ਖੜਾ ਹੋ, ਦਿਲ ਵਿੱਚ ਕਪਟ ਹੈ। ਕਪਟ ਧਾਰ ਕੇ ਭਾਈ ਮੂਲੇ ਨੂੰ ਉਠਾ ਰਿਹਾ ਹੈ। ਜਾਵੋ ਵਹਿਰ ਦੇਜੀ ਹੈ ਤਾਰੇ, ਹੋਵਤ ਸੂਰ ਉਦਰ ਮਜ ਭਾਰੇ। ਕਹਿੰਦਾ ਕਹਿੰਦੇ ਜਿਹੜਾ ਬਾਹਰਲਾ ਦਰਵਾਜ਼ਾ ਹੈ ਮੂਲਿਆ, ਉਹਦੀ ਮੈਨੂੰ ਚਾਬੀ ਦੇ ਦੇ, ਮੇਰੇ ਪੇਟ ਵਿੱਚ ਬੜਾ ਦਰਦ ਹੋ ਰਿਹਾ, ਮੈਂ ਬਾਹਰ ਜਾਣਾ ਹੈ। ਦੋਹਰਾ ਮੂਲਾ ਬੋਲਿਓ ਸੰਤ ਜੀ, ਬਹਿਰ ਤਿਮਰ ਕਿਉਂ ਜਾਤ। ਉਹ ਕਹਿੰਦਾ ਮੂਲਾ ਕਹਿਣ ਲੱਗਾ ਵੀ ਤੁਸੀਂ ਬਾਹਰ ਨਾ ਜਾਓ, ਪੇਟ ਵਿੱਚ ਦਰਦ ਹੁੰਦਾ ਹੈ, ਤੁਸੀਂ ਘਰ ਵਿੱਚ ਹੀ ਰਹੋ। ਰਮਨੇ ਬੈਠੋ ਅਜਰ ਮੈਂ, ਹੋ ਬਚਾਏ ਹੋ ਪ੍ਰਾਤ। ਉਹ ਕਹਿੰਦਾ ਮੇਰਾ ਘਰ ਬੜਾ ਵੱਡਾ ਹੈ, ਜੰਗਲ ਪਾਣੀ ਹੋਣਾ, ਤੁਸੀਂ ਇੱਥੇ ਹੀ ਫੁੱਲਵੋ, ਕੋਈ ਐਸੀ ਗੱਲ ਨਹੀਂ ਹੈ, ਰਾਤ ਦਾ ਸਮਾਂ ਹੈ। ਚੋਪਈ ਬੋਲਿਓ ਬੰਚਕ ਬਾਹਰ ਜਾਓ, ਸਦਨ ਵਿਖੇ ਬੈਠ ਸ਼ਰਮਾਓ। ਪਰ ਉਹ ਬੰਚਕ ਸੀ, ਠੱਗ ਸੀ, ਕਹਿੰਦਾ ਮੈਂ ਨਹੀਂ ਇੱਥੇ ਬਹਿਣਾ, ਮੈਨੂੰ ਘਰ ਵਿੱਚ ਮੈਂ ਜੰਗਲ ਪਾਣੀ ਨਹੀਂ ਜਾ ਸਕਦਾ, ਮੈਨੂੰ ਸ਼ਰਮ ਆਉਂਦੀ ਹੈ। ਉੱਠ ਕੇ ਮੂਲਾ ਲੈ ਕਰਤਾਏ, ਆਇਓ ਜਬ ਹੀ ਅਜਰ ਮਝਾਰੇ। ਕਹਿੰਦੇ ਫਿਰ ਮੂਲੇ ਨੇ ਤਾਲੀ ਚੁੱਕ ਕੇ ਉਹਦੇ ਨਾਲ ਚੱਲ ਪਿਆ। ਜਦੋਂ ਦਰਵਾਜ਼ੇ ਦੇ ਕੋਲ ਪਹੁੰਚੇ, ਬੰਚਕ ਕਾਤ ਵਿਖੇ ਤੇ ਗਿਰੇ, ਕੋਖਣ ਪੁਰ ਨਾ ਉਠਾਏ ਸੋ ਡਰੇ। ਹੁਣ ਜਿਹੜਾ ਠੱਗ ਸੀ ਉਹ ਤਾਲੀ ਲੈ ਕੇ ਖੋਲ੍ਹਣ ਲੱਗਿਆ, ਕੱਚ ਦੇ ਵਿੱਚ ਉਹਨੇ ਗਹਿਣੇ ਦਿੱਤੇ ਹੋਏ ਸੀ, ਉਹ ਤਾਲੀ ਨਾਲ ਖੋਲ੍ਹਦਾ ਹੈ, ਖੋਲ੍ਹਦਿਆਂ ਜਿਹੜੇ ਗਹਿਣੇ ਉਹਨੇ ਕੱਚ ਦਿੱਤੇ ਹੋਏ ਸਨ ਉਹ ਸਾਰੇ ਥੱਲੇ ਡਿੱਗ ਜਾਂਦੇ ਹਨ। ਮੂਲੇ ਤੱਕ ਉਠਾਏ ਜਹਾਂ ਥਾ, ਤੈ ਤਾਹੇ ਕੋ ਤਬ ਹਿਤ ਸਾਥਾ। ਪਰ ਮੂਲੇ ਨੇ ਕੀ ਕੀਤਾ, ਉਹ ਗਹਿਣੇ ਚੁੱਕ ਕੇ ਉਹਨੂੰ ਹੀ ਫੜਾ ਦਿੱਤੇ, ਕਹਿੰਦੇ ਤੁਹਾਡੀ ਕੋਈ ਵਸਤੂ ਡਿੱਗ ਗਈ ਹੈ। ਦੋਹਰਾ ਤੇ ਕੋ ਵਹਿਰ ਨਿਸਾਇ ਕੈ, ਸੋਏ ਰਹਿਓ ਬਿਜਤਾਮ। ਉਹਨੂੰ ਬਾਹਰ ਕੱਢ ਕੇ ਬਾਹਰੋਂ ਜਿੰਦਰਾ ਲਾ ਦਿੱਤਾ, ਮੁੱਲੇ ਨੂੰ ਉਹਨੂੰ ਬਾਹਰ ਛੱਡ ਦਿੱਤਾ ਤੇ ਆ ਕੇ ਆਪਣੇ ਘਰ ਦੇ ਅੰਦਰ ਸੋ ਗਿਆ ਹੈ। ਈ ਦਰਬਾਰ ਤੇ ਥਾਨ ਕੋ, ਦੇਖਤ ਮੂਲੇ ਬਾਮ। ਪਰ ਕਹਿੰਦੇ ਜਦੋਂ ਸਵੇਰ ਹੋਈ, ਮੂਲੇ ਦੀ ਘਰ ਵਾਲੀ ਤੱਕਦੀ ਹੈ ਵੀ ਇੱਥੇ ਗਹਿਣੇ ਤੇ ਹੈ ਨਹੀਂ, ਗਹਿਣੇ ਕਿੱਧਰ ਗਏ ਨੇ। ਉਹ ਸਾਰੀ ਫਿਰ ਖੋਜ ਪੜਤਾਲ ਕਰਦੀ ਹੈ। ਚੋਪਏ ਕੋਖਣ ਧਰੇ ਨੇ ਕੇ ਖਾਏ, ਕਹਾਂ ਗਏ ਕੇ ਲੀਨ ਚੁਰਾਏ। ਉਹਦੀ ਘਰ ਦੀ ਕਹਿੰਦੀ ਹੈ ਮੈਂ ਰਾਤ ਨੂੰ ਇੱਥੇ ਹੀ ਰੱਖੇ ਸੀ ਗਹਿਣੇ, ਘਰ ਵਿੱਚ ਕੋਈ ਆਇਆ ਵੀ ਨਹੀਂ, ਮੈਨੂੰ ਇਵੇਂ ਲੱਗਦਾ ਹੈ ਮੇਰੇ ਗਹਿਣਿਆਂ ਨੂੰ ਕਿਸੇ ਨੇ ਚੋਰੀ ਕਰ ਲਿਆ ਹੈ। ਮੂਲਾ ਕਹਿ ਰਹਿਣ ਕਰਮਾਏ, ਤਸਕਰ ਲਗੇ ਨ ਜਾਣੇ ਜਾਏ। ਮੁੱਲਾ ਕਹਿ ਲੱਗਾ ਨਹੀਂ ਤੈਨੂੰ ਭੁਲੇਖਾ ਲੱਗਿਆ ਹੈ, ਰਾਤ ਨੂੰ ਆਪਣੇ ਘਰ ਵਿੱਚ ਚੋਰ ਆਏ ਸੀ, ਜਾਣਦਾ ਤੇ ਹੈ ਮੁੱਲਾ, ਗਹਿਣੇ ਆਪ ਹੀ ਫੜਾਏ ਨੇ ਉਹਨੇ। ਇਹ ਤੈਨੂੰ ਭੁਲੇਖਾ ਪਿਆ ਹੈ, ਰਾਤ ਆਪਣੇ ਘਰ ਵਿੱਚ ਚੋਰ ਆਏ ਸੀ, ਉਹ ਚੋਰ ਸਨ ਜਿਹੜੇ ਉਹ ਗਹਿਣੇ ਚੁੱਕ ਕੇ ਲੈ ਗਏ ਹਨ। ਲੈ ਗਮਨੇ ਕੋਖਣ ਕੋ ਸੋਏ, ਬਿਨ ਜਾਗੇ ਤੇ ਅਸਕਦ ਹੋਏ। ਕਹਿੰਦੇ ਇਸ ਕਰਕੇ ਉਹ ਗਹਿਣੇ ਚੁੱਕ ਕੇ ਲੈ ਗਏ ਨੇ, ਅਸੀਂ ਸੁੱਤੇ ਰਹੇ, ਸੁੱਤੇ ਰਹਿਣ ਕਰਕੇ ਸਾਡੀ ਇਹ ਗੱਤ ਹੋਈ ਹੈ, ਜੇ ਜਾਗਦੇ ਰਹਿੰਦੇ ਗਹਿਣੇ ਚੋਰੀ ਨਹੀਂ ਸਨ ਹੋਣੇ। ਨਿਸਾ ਹਮਾਰੇ ਘਰ ਸਿੱਖ ਜੋ, ਔਰ ਕਰ ਗਇਓ ਸੋ ਲੱਜਤ ਹੋ। ਆਪਣੀ ਘਰ ਦੀ ਨੂੰ ਕਹਿੰਦਾ ਹੈ
ਆਪਣੇ ਘਰ ਵਿੱਚ ਜਿਹੜਾ ਸਿੱਖ ਸੋ ਰਿਹਾ ਸੀ ਨਾ, ਉਹ ਇਸੇ ਕਰਕੇ ਹੀ ਰਾਤ ਨੂੰ ਚਲਾ ਗਿਆ ਵੀ ਇਹਨਾਂ ਘਰ ਚੋਰ ਤੇ ਪੈ ਗਏ ਨੇ, ਗਹਿਣੇ ਇਹਨਾਂ ਦੇ ਚੋਰੀ ਕਰ ਲਏ ਹਨ। ਦੋਹਰਾ ਸਭ ਦੇਵੇਂਗੇ ਦੋਸ ਮੁਝ, ਅਸ ਜਾਨੀ ਮਨ ਮਾਹੇ। ਕਹਿੰਦੇ ਉਹਨੇ ਮਨ ਵਿੱਚ ਸੋਚਿਆ, ਉਹ ਮੁੱਲਾ ਕਹਿ ਰਿਹਾ ਵੀ ਉਹ ਸਿੱਖ ਨੇ ਮਨ ਵਿੱਚ ਸੋਚਿਆ ਵੀ ਸਾਰੇ ਮੈਨੂੰ ਦੋਸ਼ ਦੇਣਗੇ, ਇਹਨੇ ਚੋਰੀ ਕਰ ਲਏ ਹਨ, ਇਸ ਕਰਕੇ ਉਹ ਚਲਾ ਗਿਆ ਹੈ। ਗਇਓ ਬੜੇ ਪੁਨਸਾਰ ਤੇ ਸਿਖ ਦੋਸ਼ ਕਛ ਨਾਹੀ। ਕਹਿੰਦੇ ਇਸ ਕਰਕੇ ਉਹ ਰਾਤ ਨੂੰ ਹੀ ਚਲਾ ਗਿਆ ਹੈ, ਹੁਣ ਉਹਦੇ ਤੇ ਚੋਰੀ ਦਾ ਦੋਸ਼ ਨਹੀਂ ਲੱਗਦਾ। ਜੋ ਪਏ ਨਿਜ ਤੇ ਕੋ ਭੁਖਨ ਕਹਿਵਾਏ, ਔਰ ਹਰ ਕਹਿਤ ਦਰਸ਼ਨ ਪਾਏ। ਉਹਨੇ ਆਪਣੇ ਘਰ ਦੀ ਨੂੰ ਕੁਛ ਨਾ ਦੱਸਿਆ, ਸਗੋਂ ਇੰਨੇ ਪ੍ਰੇਮ ਵਿੱਚ ਰਿਹਾ ਆਪਣੀ ਘਰ ਦੀ ਨੂੰ, ਹੋਰ ਗਹਿਣੇ ਬਣਵਾ ਕੇ ਦੇ ਦਿੱਤੇ ਹਨ। ਇੱਕ ਦਿਵਸ ਮੈਂ ਪ੍ਰਭ ਦਿਖਾਇਓ, ਨਮਸਕਾਰ ਕਰ ਦਰਸ਼ਨ ਪਾਇਓ। ਥੋੜੇ ਦਿਨਾਂ ਬਾਅਦ ਨਾ ਮੁੱਲਾ ਆਪਣੇ ਘਰੋਂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਕਰਤਾਰਪੁਰ ਜਾਂਦਾ ਹੈ। ਕਿਰਪਾ ਨਿਦਾਨ ਕਰਿਓ ਸੁਨ ਮੂਲਾ, ਰਿਦਾ ਦੌਰ ਸਿੱਖੀ ਅਨਕੂਲਾ। ਕਿਰਪਾ ਦੇ ਘਰ ਗੁਰੂ ਨਾਨਕ ਸਾਹਿਬ ਕਹਿੰਦੇ ਮੁੱਲਿਆ, ਤੇਰੇ ਹਿਰਦੇ ਦੇ ਅੰਦਰ ਸਿੱਖੀ ਬੜੀ ਹੈ, ਤੇਰੇ ਕੋਲ ਸ਼ੁਭ ਗੁਣ ਬੜੇ ਹਨ। ਮਮ ਪਰਦਾਤਾ ਟਕਿਓ ਬਣਾਏ, ਤੇਰੋ ਢਾਕੈ ਗੁਰੂ ਸਦਾਏ। ਕਹਿੰਦੇ ਤੂੰ ਮੇਰਾ ਪਰਦਾ ਢੱਕਿਆ ਹੈ ਤੇ ਗੁਰੂ ਤੇਰਾ ਸਦਾ ਹੀ ਪਰਦਾ ਢੱਕਿਆ। ਗੁਰੂ ਦਾ ਕੀ ਪਰਦਾ ਢੱਕਿਆ ਉਹਨੇ? ਭਾਵ ਇਹ ਸੀ ਵੀ ਤੇਰੇ ਘਰ ਸਿੱਖੀ ਦਾ ਰੂਪ ਧਰ ਕੇ ਠੱਗ ਆਇਆ, ਬਾਣੀ ਵੀ ਸਾਰੀ ਜਾਣਦਾ ਸੀ, ਤੈਨੂੰ ਪਤਾ ਵੀ ਸੀ ਉਹਨੇ ਗਹਿਣੇ ਚੁੱਕ ਲਏ ਨੇ, ਪਰ ਤੂੰ ਉਹਦਾ ਪਰਦਾ ਨਹੀਂ ਚੁੱਕਿਆ। ਤੈਨੂੰ ਪਤਾ ਸੀ ਜੇ ਮੈਂ ਇੱਥੇ ਚੋਰੀ ਦਾ ਦੋਸ਼ ਲਾਵਾਂਗਾ, ਇਹਦੇ ਨਾਲ ਗੁਰੂ ਦੀ ਬੇਇੱਜ਼ਤੀ ਹੋਏਗੀ, ਵੀ ਗੁਰੂ ਨੇ ਆਹ ਸਿਖਾਇਆ, ਇਹਨੂੰ ਸਾਰੀ ਬਾਣੀ ਵੀ ਆਉਂਦੀ ਹੈ, ਸਾਰਾ ਕੁਝ ਇਹਨੂੰ ਆਉਂਦਾ ਹੈ, ਫਿਰ ਵੀ ਇਹ ਚੋਰੀ ਕਰਦਾ ਹੈ। ਕਹਿੰਦੇ ਇਸ ਕਰਕੇ ਮੁੱਲਿਆ ਤੂੰ ਸਾਡਾ ਪਰਦਾ ਢੱਕਿਆ ਹੈ, ਗੁਰੂ ਤੇਰਾ ਹਮੇਸ਼ਾ ਹੀ ਪਰਦਾ ਢੱਕੇਗਾ। ਦੋਹਰਾ ਸ਼ਬਦ ਗੁਰੂ ਬੋਲਦਾ ਹੈ, ਸਰਵਨ ਮਨ ਵਿਦਿਆਸ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹਨੂੰ, ਕਹਿੰਦੇ ਮੁੱਲਿਆ ਗੁਰੂ ਦਾ ਜਿਹੜਾ ਸ਼ਬਦ ਹੁੰਦਾ ਹੈ ਉਹ ਗੁਰੂ ਦਾ ਦਿਲ ਹੁੰਦਾ ਹੈ। ਦਿਲ ਗੁਰਬਾਣੀ ਗੁਰੂ ਸਾਹਿਬ ਜੀ ਦਾ ਦਿਲ ਹੈ, ਹਿਰਦਾ ਹੈ, ਹਿਰਦਾ ਸਰੂਪ ਆਪਾਂ ਕਹਿੰਦੇ ਹਾਂ। ਜਿਹੜੇ ਸਿੱਖ ਇਹ ਬਾਣੀ ਨੂੰ ਸੁਣਦੇ ਨੇ, ਇਹਨੂੰ ਮਨਨ ਕਰਦੇ ਨੇ ਤੇ ਨਿਧੀ ਆਸਨ ਕਰਦੇ ਨੇ, ਨਿਧਿਆਸ ਕਰਦੇ ਨੇ, ਭਾਵ ਦੁਬਾਰਾ ਇਹਨੂੰ ਪੜ੍ਹਦੇ ਨੇ, ਸਮਝਦੇ ਨੇ, ਉਹਨਾਂ ਸਿੱਖਾਂ ਦੀ ਫਿਰ ਅਵਸਥਾ ਕੈਸੀ ਹੋ ਜਾਂਦੀ ਹੈ। ਕਰੋ ਸਦਾ ਉਰ ਗਿਆਨ ਹਵੈ, ਬੰਧਨ ਜਗਤ ਵਿਨਾਸ਼। ਜਿਹੜੇ ਐਸੇ ਗੁਰਬਾਣੀ ਨੂੰ ਪੜ੍ਹਦੇ ਨੇ, ਗੁਰਬਾਣੀ ਨੂੰ ਸਮਝਦੇ ਨੇ, ਉਹਨਾਂ ਦੇ ਦਿਲਾਂ ਦੇ ਵਿੱਚ ਗਿਆਨ ਹੋ ਜਾਂਦਾ ਹੈ। ਜਿੰਨਾ ਵੀ ਹਨੇਰਾ, ਅਗਿਆਨਤਾ ਰੂਪੀ ਹਨੇਰਾ ਉਹਨਾਂ ਦੇ ਦਿਲਾਂ ਵਿੱਚ ਹੁੰਦਾ ਹੈ, ਸਾਰਾ ਮਿਟ ਜਾਂਦਾ ਹੈ। ਜੋ ਪਏ ਕਿਰਪਾ ਲਗ ਦਰਸੀ ਤੇ ਕਾਲਾ, ਪ੍ਰਭੂ ਕਿਰਪਾ ਤੇ ਭਇਓ ਨਿਹਾਲਾ। ਜਿਵੇਂ ਮਹਾਰਾਜ ਜੀ ਨੇ ਉੱਤੇ ਕਿਰਪਾ ਕੀਤੀ, ਕਿਰਪਾ ਕੀ ਕੀਤੀ, ਉਹ ਤਰਕਾਲਦਰਸ਼ੀ ਹੋ ਗਿਆ। ਇੱਡੀ ਕਿਰਪਾ ਹੋਈ, ਤਿੰਨਾਂ ਕਾਲਾਂ ਦਾ ਉਹਨੂੰ ਗਿਆਤਾ ਹੋ ਗਿਆ, ਪਿੱਛੇ ਕੀ ਹੋਇਆ ਸੀ, ਹੁਣ ਕੀ ਹੋਣਾ ਹੈ ਤੇ ਅੱਗੇ ਕੀ ਹੋਣਾ। ਇਹ ਅਵਸਥਾ ਦਾ ਮਾਲਕ ਉਹ ਸਿੱਖ ਬਣਦਾ ਹੈ ਜਿਹੜਾ ਬਹੁਤ ਜ਼ਿਆਦਾ ਨਾਮ ਜਪੇ ਜਾਂ ਬਾਣੀ ਪੜ੍ਹੇ। ਹਜੇ ਤੇ ਮਨੁੱਖ ਤੁਰਿਆ ਫਿਰਦਾ ਹੈ, ਇਹਨੂੰ ਕੁਝ ਯਾਦ ਹੀ ਨਹੀਂ। ਲਾਗਤ ਪਵਨ, ਜਦੋਂ ਦੀ ਇਹਨੂੰ ਹਵਾ ਲੱਗੀ ਹੈ ਬਾਹਰ ਦੀ, ਕਹਿੰਦੇ ਲਾਗਤ ਪਵਨ ਖਸਮ ਬਿਸਰਾਇਓ। ਜਿੱਦਣ ਦੀ ਮਾਤਾ ਦੇ ਗਰਭ ਚੋਂ ਬਾਹਰ ਆਇਆ ਉਦਣ ਦਾ ਸਭ ਕੁਝ ਭੁੱਲ ਗਿਆ। ਕੌਣ ਸੀ, ਕਿੱਥੋਂ ਸੀ, ਕਿਵੇਂ ਆਇਆ। ਮਹਾਰਾਜ ਜੀ ਕਹਿੰਦੇ ਨੇ ਜਠਰ ਅਗਨ ਮੈਂ ਉਰਦ ਤਪ ਕਰ। ਜਦੋਂ ਤੂੰ ਆਪਣੀ ਮਾਤਾ ਦੇ ਗਰਭ ਵਿੱਚ ਹੁੰਦੀ ਹੈ, ਸਰੀਰ ਮਾਤਾ ਦੇ ਗਰਭ ਵਿੱਚ ਹੁੰਦਾ ਹੈ, ਉਦੋਂ ਬੜੀ ਭਗਤੀ ਕਰਦਾ ਹੈ, ਪਰ ਜਿਉਂ ਹੀ ਇਹ ਦੁਨੀਆ ਦੇ ਰੰਗ ਰੂਪ ਵੇਖਦਾ ਹੈ, ਸਾਰਾ ਕੁਝ ਹੀ ਭੁੱਲ ਜਾਂਦਾ।
ਯਾਦ ਹੀ ਨਹੀਂ ਰਹਿੰਦਾ, ਨਿੱਜੀ ਸਰੂਪ ਤੇ ਭੁੱਲ ਹੀ ਜਾਂਦਾ ਹੈ। ਇਹਨੂੰ ਐਵੇਂ ਲੱਗਦਾ ਮੈਂ ਜੇ ਕੋਈ ਬੀਬੀ ਦੇ ਸਰੀਰ ਵਿੱਚ ਹੈ ਜੀਵ ਆਤਮਾ, ਉਹ ਇਹ ਕਹਿੰਦੀ ਹੈ ਮੈਂ ਇੱਕ ਲੜਕੀ ਹਾਂ। ਜਿਹੜੀ ਇੱਕ ਪੁਰਸ਼ ਦੇ ਸਰੀਰ ਵਿੱਚ ਹੈ ਜੀਵ ਆਤਮਾ, ਉਹ ਕਹਿੰਦੀ ਮੈਂ ਪੁਰਸ਼ ਹਾਂ। ਹੁਣ ਜਿਹੜੀ ਲੜਕੀ ਦੇ ਸਰੀਰ ਵਿੱਚ ਹੈ ਉਹ ਕਹਿੰਦੀ ਮੇਰਾ ਨਾਮ ਇਹ ਹੈ, ਪੁਰਸ਼ ਦੇ ਸਰੀਰ ਮੇਰਾ ਨਾਮ ਆ ਹੈ। ਇਹ ਚੱਕਰ ਐਸਾ ਘੁੰਮਦਿਆਂ ਇਹ ਪਹਿਲਾਂ ਤੇ ਆਪਣੇ ਸਰੀਰ ਦੀ ਸੋਧੀ ਆਈ ਤੇ ਸਰੀਰ ਦੀ ਹਉਮੈ ਹੋ ਗਈ। ਇਹ ਹਉਮੈ ਵੱਧਦੀ ਹੋਈ ਜਾਂਦੀ ਹੈ, ਕਿਉਂਕਿ ਮਨੁੱਖ ਨੂੰ ਇਹ ਲੱਗਦਾ ਹੈ ਜਿੱਥੇ ਅਸੀਂ ਰਹਿ ਰਹੇ ਹਾਂ ਸਦਾ ਤੋਂ ਇੱਥੇ ਹੀ ਸੀ। ਐਸਾ ਇਹਨੂੰ ਭਾਸਦਾ ਹੈ, ਆਭਾਸ ਹੁੰਦਾ ਇਹਨੂੰ, ਪਰ ਇਹ ਸੱਚਾਈ ਨਹੀਂ ਹੈ। ਜੋ ਕੁਝ ਇਹਨੂੰ ਲੱਗ ਰਿਹਾ ਇਹ ਹੈ ਨਹੀਂ, ਤੇ ਜੋ ਕੁਝ ਹੈ ਉਹ ਇਹਨੂੰ ਪਤਾ ਵੀ ਨਹੀਂ। ਬਾਣੀ ਚ ਆਉਂਦਾ ਹੈ ਵੀ ਜੋ ਕੁਝ ਇਹ ਆਪਣੇ ਆਪ ਨੂੰ ਸਮਝਦਾ ਹੈ ਨਾ, ਸੋ ਇਹ ਨਾ ਹੈ, ਉਹ ਇਹ ਨਹੀਂ ਹੈ ਜੋ ਕੁਝ ਇਹ ਸਮਝ ਰਿਹਾ। ਜੋ ਕੁਝ ਮਨੁੱਖ ਹੈ ਉਹ ਇਹਨੇ ਅੱਜ ਤੱਕ ਸਮਝਿਆ ਹੀ ਨਹੀਂ। ਕਈ ਪੁਰਸ਼ਾਂ ਨੇ ਸਮਝਿਆ ਵੀ ਹੈ, ਕਈ ਮਨੁੱਖ ਐਸੇ ਨੇ ਜਿਨ੍ਹਾਂ ਬੰਦਗੀ ਕੀਤੀ ਹੈ, ਬਾਣੀ ਪੜ੍ਹੀ ਹੈ, ਉਹਨਾਂ ਨੂੰ ਪਤਾ ਵੀ ਹੈ, ਕਈਆਂ ਨਹੀਂ ਸਮਝਿਆ। ਜ਼ਿੰਦਗੀ ਗੁਜ਼ਰੀ ਚੱਲੀ ਹੈ। ਬਾਲ ਜਵਾਨੀ ਔਰ ਬਿਰਧ ਪੁੰਨ ਤੀਨ ਅਵਸਥਾ ਜਾ। ਜਿਹੜੇ ਬਾਲਪਨ ਸੀ ਜਵਾਨੀ 'ਚ ਆ ਗਏ ਨੇ, ਜਵਾਨੀ 'ਚੋਂ ਬੁਢੇਪਾ ਆ ਗਿਆ ਹੈ, ਅਜੇ ਤੇ ਸਮਝ ਨਹੀਂ, ਹਜੇ ਤੇ ਕਹਾਣੀ ਆਈ ਨਹੀਂ ਵੀ ਕੌਣ ਆ। ਨਿੱਜੀ ਸਰੂਪ ਦਾ ਪਤਾ ਨਹੀਂ ਲੱਗਿਆ। ਕਿਉਂ ਨਹੀਂ ਲੱਗਿਆ? ਬਾਹਰ ਮਾਇਆ ਦਾ ਪਸਾਰਾ ਹੀ ਬੜਾ ਹੈ। ਤੇ ਮਹਾਰਾਜ ਤੇ ਇਹ ਕਹਿੰਦੇ ਨੇ ਪਸਾਰਾ ਤੇ ਬੜਾ ਤਕੜਾ ਹੈ, ਇਹ ਆਪਣੇ ਜ਼ੋਰ ਨਾਲ ਛੁੱਟਿਆ ਵੀ ਨਹੀਂ ਜਾਂਦਾ ਤੇ ਲਾਇਆ ਵੀ ਰੱਬ ਨਹੀਂ ਹੈ। ਬਾਣੀ ਕਹਿੰਦੀ ਹੈ ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮਿੱਠਾ ਲਾਇਆ। ਆਪ ਨਹੀਂ ਲੱਗਿਆ, ਲਾਇਆ। ਲਾਇਆ ਕਿਨੇ? ਪ੍ਰਭੂ ਨੇ, ਪਰਮਾਤਮਾ ਨੇ, ਆਪਣੇ ਆਪ ਨੇ। ਆਪਣੇ ਆਪ ਮੇਰੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਹੁੰਦਾ। ਮਹਾਰਾਜ ਨੂੰ ਕਹਿ ਰਹੇ ਨੇ ਮੂਲਿਆ, ਤੇਰੇ ਸਦਨ ਦੇ ਵਿੱਚ ਜਦੋਂ ਸਿੱਖ ਆਇਆ ਤੂੰ ਗੁਰੂ ਦਾ ਪਰਦਾ ਕੱਟਿਆ, ਢੱਕਿਆ ਪਰਦਾ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਤ੍ਰਿਕਾਲਦਰਸ਼ੀ ਹੋ ਗਿਆ। ਦੁਨੀਆ ਦੀ ਨਿੱਤ ਤੇ ਅਨਿੱਤ ਵਸਤੂ ਦੀ ਸਮਝ ਪੈ ਗਈ, ਸੱਚਾਈ ਕੀ ਹੈ, ਝੂਠ ਕੀ ਹੈ। ਜਦੋਂ ਇਸ ਚੀਜ਼ ਦੀ ਉਹਨੂੰ ਸਮਝ ਪੈ ਗਈ, ਹੁਣ ਉਹ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋ ਗਿਆ ਹੈ। ਸਜਨ ਗਇਓ ਹੈ ਮੋਹ ਬਿਨਾਹੇ, ਹੰਤਾ ਤਜ ਵਰਤਿਓ ਜਗ ਮਾਹੇ। ਆਪਣੇ ਸਦਨ ਦੇ ਵਿੱਚ ਗਿਆ, ਆਪਣੇ ਘਰ ਦੇ ਵਿੱਚ ਗਿਆ। ਘਰ ਜਦੋਂ ਗਿਆ, ਘਰ ਗਿਆ ਹੈ, ਜਾ ਕੇ ਦੇਖਿਆ ਹਿਰਦੇ ਵਿੱਚ ਹੁਣ ਮੋਹ ਨਹੀਂ ਹੈ। ਇੱਕ ਦਿਨ ਸੰਗਤ ਕੇਰ ਮਝਾਰਾ, ਬੈਠੇ ਪ੍ਰਭ ਹੈ ਸ਼ਬਦ ਵਿਚਾਰਾ। ਅਗਲੀ ਵਾਰ ਤਾਂ ਦੱਸਦੇ ਨੇ ਵੀ ਇੱਕ ਦਿਨ ਗੁਰੂ ਨਾਨਕ ਸਾਹਿਬ ਬੈਠੇ ਸਨ, ਸੰਗਤ ਕੋਲ ਬੈਠੀ ਹੈ, ਗੁਰੂ ਜੀ ਸ਼ਬਦ ਦੀ ਵਿਚਾਰ ਕਥਾ ਕਰ ਰਹੇ ਨੇ। ਸਾਰੀ ਜਿਹੜੀ ਸੰਗਤ ਹੈ ਉਹ ਕੋਲ ਬੈਠ ਕੇ ਸੁਣ ਰਹੀ ਹੈ। ਪ੍ਰੀਤਾ ਕੇਰ ਦਰਸ਼ਨ ਆਸੋ, ਚਲੇ ਆਏ ਸ੍ਰੀ ਨਾਨਕ ਪਾਸੋ। ਪ੍ਰੀਥਾ ਤੇ ਖੇਡਾ ਦੋ ਸਿੱਖ ਨੇ, ਇਹ ਦੋਵੇਂ ਦੇ ਦੋਵੇਂ ਚੱਲ ਕੇ ਆਏ ਨੇ ਗੁਰੂ ਸਾਹਿਬ ਜੀ ਦੇ ਕੋਲ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਲਈ। ਚਰਨ ਬੰਦਨਾ ਕਰ ਕੈ ਦੋ, ਬੈਠੇ ਸ਼ਬਦ ਸੁਰਤ ਪੇਸੋ। ਦੋਵੇਂ ਗੁਰੂ ਜੀ ਨੂੰ ਮੱਥਾ ਟੇਕ ਕੇ, ਜਿਵੇਂ ਅਸੀਂ ਟੇਕਦੇ ਆ, ਦੋਵੇਂ ਮੱਥਾ ਟੇਕ ਕੇ ਗੁਰੂ ਜੀ ਦੇ ਕੋਲ ਬੈਠ ਗਏ ਹਨ। ਤਰ ਕਟੇ ਬੀਤੇ ਪਛਤਾਤੇ, ਜਿਨ ਸੋ ਬੋਲੇ ਪ੍ਰਭ ਇਸ ਭਾਤੇ। ਜਦੋਂ 4 ਘੜੀਆਂ ਬੀਤ ਗਈਆਂ, ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਪੁੱਛਦੇ ਨੇ, ਉਹਨਾਂ ਨੂੰ ਕਹਿ ਰਹੇ ਹਨ, ਜੋ ਕਛ ਕਾਮਨਾ ਹਿਰਦੈ ਤੁਮਾਰੇ, ਜਾਤੋ ਪੂਰੈ ਸ੍ਰੀ ਕਰਤਾਰੇ। ਮਹਾਰਾਜ ਕਹਿੰਦੇ ਭਾਈ ਪ੍ਰੀਥਾ ਜੀ, ਤੁਹਾਡੇ ਦਿਲ ਦੇ ਵਿੱਚ ਕੋਈ ਭਾਵਨਾ ਹੈ, ਕੋਈ ਚਾਹੁੰਦੇ ਹੋ ਮੰਗਣਾ ਗੁਰੂ ਤੋਂ? ਜੇ ਕੁਝ ਲੈਣਾ ਚਾਹੁੰਦੇ ਹੋ ਦੱਸੋ, ਪਰਮਾਤਮਾ ਵਾਹਿਗੁਰੂ ਕਿਰਪਾ ਕਰਤਾਰ ਕਿਰਪਾ ਕਰੇਗਾ,
ਤੁਹਾਡੀਆਂ ਇੱਛਾਵਾਂ ਪੂਰਨ ਹੋਣਗੀਆਂ। शब्द विचार सुनियो जब दोए हृदय शांत परापद तब होए। ਪਰ ਉਹਨਾਂ ਦੋਨਾਂ ਨੇ ਗੁਰੂ ਜੀ ਦੇ ਸ਼ਬਦ ਸੁਣੇ। ਗੁਰੂ ਸਾਹਿਬ ਦੇ ਸ਼ਬਦ ਸੁਣਨ ਕਰਕੇ ਉਹਨਾਂ ਦਾ ਹਿਰਦਾ ਸ਼ਾਂਤ ਹੋ ਗਿਆ। हाथ बांध अत निरम्य होए बोले लोभ लहर मन होए। ਹੱਥ ਜੋੜ ਕੇ ਬੜੇ ਨਿਮਰਤਾ ਨਾਲ ਕਹਿਣ ਲੱਗੇ, ਮਹਾਰਾਜ ਹੋਰ ਤੇ ਕੁਝ ਨਹੀਂ ਚਾਹੀਦਾ, ਪਰ ਸਾਡੇ ਮਨ ਦੇ ਵਿੱਚ ਲੋਭ ਦੀ ਲਹਿਰ ਬੜੀ ਉੱਠਦੀ ਹੈ। ਲੋਭ ਲਹਿਰ ਅਤ ਨੀਗਰ ਵੱਜ ਹੈ। ਲੋਭ ਦੀ ਲਹਿਰ ਬੜੀ ਵੱਜਦੀ ਹੈ। ਦਿਨ ਪ੍ਰਤੀ ਦਿਨ ਲੋਭ ਵੱਧਦਾ ਹੀ ਜਾਂਦਾ ਹੈ। ਇਹ ਲੋਭ ਦੀਆਂ ਖੇਡਾਂ, ਕਾਮ ਕ੍ਰੋਧ ਦੀਆਂ ਖੇਡਾਂ ਐਸੀਆਂ ਨੇ, ਇਹ ਜਿਉਂ-ਜਿਉਂ ਉਮਰ ਵਧਣੀ ਹੈ ਵੱਧਦੀਆਂ ਜਾਣੀਆਂ ਨੇ, ਘਟਣੀਆਂ ਨਹੀਂ। ਆਪਾਂ ਜੇ ਕਹੀ ਵੀ ਬਜ਼ੁਰਗੀ 'ਚ ਆ ਕੇ ਲੋਭ ਘਟ ਜਾਏਗਾ, ਨਹੀਂ, ਜ਼ਿਆਦਾ ਵੱਧ ਜਾਏਗਾ। ਕਾਮ ਘਟ ਜਾਏਗਾ, ਨਹੀਂ ਵਧੇਗਾ। ਇੱਛਾਵਾਂ ਵੱਧ ਜਾਂਦੀਆਂ ਨੇ। ਹੰਕਾਰ ਹੋਰ ਵੱਧ ਜਾਂਦਾ। ਇਹ ਜਿਉਂ-ਜਿਉਂ ਉਮਰ ਬਜ਼ੁਰਗੀ 'ਚ ਜਾਈ ਜਾਣਾ ਹੈ ਨਾ, ਸਰੀਰ ਤੇ ਚੱਲ ਹੀ ਰਿਹਾ। ਸਰੀਰ ਦਾ ਸਫ਼ਰ ਅਸੀਂ ਕਰਾਉਣਾ ਨਹੀਂ। ਸਰੀਰ ਨੂੰ ਬੁੱਢਾ ਕਰਨ ਦੀ ਲੋੜ ਨਹੀਂ, ਆਪਣੇ ਆਪ ਹੀ ਹੋ ਜਾਏਗਾ। ਮਨ ਨੂੰ ਬੁੱਢਾ ਕਰਨ ਦੀ ਲੋੜ ਹੈ। ਮਨ ਨੂੰ ਸ਼ਬਦ ਵੱਲ ਜੋੜਨ ਦੀ ਲੋੜ ਹੈ। ਸਰੀਰ ਆਪਣੇ ਆਪ ਹੀ ਜੁੜ ਜਾਏਗਾ। ਮਨ ਗੁਰਦੁਆਰੇ ਆ ਜਾਏ, ਸਰੀਰ ਆਪਣੇ ਆਪ ਹੀ ਆ ਜਾਏਗਾ। ਮਨ ਨੂੰ ਸ਼ਬਦ ਦਾ ਰਸ ਆ ਜਾਏ, ਸਰੀਰ ਨੂੰ ਆਪਣੇ ਆਪ ਹੀ, ਸਰੀਰ ਤੇ ਪਿੱਛੇ ਚੱਲਦਾ ਮਨ ਦੇ। ਅਸਲ ਦੇ ਵਿੱਚ ਵਿਚਾਰ ਮਨ 'ਚ ਉੱਠਦੇ ਨੇ, ਵੇਖਦੀਆਂ ਅੱਖਾਂ ਨੇ, ਕੁੱਟ ਸਰੀਰ ਨੂੰ ਪੈਂਦੀ। ਕਰਦਾ ਤੇ ਜੋ ਕਿਛ ਕੀ ਆਸੋ ਹਰ ਕੀ, ਕਹਿੰਦੇ ਜੋ ਕਰਦਾ ਹੈ ਉਹ ਪਰਮਾਤਮਾ ਕਰਦੇ ਵਿੱਚ। ਵੈਸੇ ਗੱਲ ਆ ਗਈ, ਜੋ ਕੁਝ ਕੀਤਾ ਹੈ, ਕੀਤਾ ਤੇ ਮਨ ਨੇ, ਕੁੱਟ ਪੈਂਦੀ ਹੈ ਸਰੀਰ ਨੂੰ। ਵਿਚਾਰ ਤੇ ਮਨ 'ਚ ਉੱਠਦੇ ਨੇ। ਕਰਨੀ ਕਾਗਤ ਮਨ ਮਸਵਾਣੀ, ਬੁਰਾ ਭਲਾ ਦੋਇ ਲੇਖ ਪਏ। ਸਾਡੀ ਕਰਨੀ ਉਹ ਕਾਗਜ਼ ਹੈ, ਮਨ ਇੱਕ ਸਾਈ ਹੈ, ਤੇ ਉਹ ਸਾਈ ਨਾਲ ਲੇਖ ਲਿਖੇ ਜਾਂਦੇ ਨੇ। ਭਾਵੇਂ ਬੁਰੇ ਲਿਖ ਲਓ, ਭਾਵੇਂ ਚੰਗੇ। ਕਰਨੀ ਭਾਵੇਂ ਚੰਗੀ ਲਿਖ ਲਓ, ਭਾਵੇਂ ਬੁਰੀ। ਮਨ ਦੇ ਵਿੱਚ ਵਿਚਾਰ ਆਉਣੇ ਨੇ, ਤੇ ਮਾੜੇ ਵਿਚਾਰਾਂ ਨੂੰ ਰੋਕੀਏ, ਫਿਰ ਤੇ ਕਰਨੀ ਚੰਗੀ ਹੋ ਜਾਏਗੀ। ਹੁਣ ਇਹ ਬੇਨਤੀ ਕਰਦੇ, ਮਹਾਰਾਜ ਬਾਕੀ ਤੇ ਠੀਕ ਹੈ, ਸਾਡੇ ਅੰਦਰ ਲੋਭ ਬੜਾ ਉੱਠਦਾ ਹੈ, ਇਹਨੂੰ ਦੂਰ ਕਰਨ ਦਾ ਤਰੀਕਾ ਦੱਸੋ। ਸ੍ਰੀ ਗੁਰੂ ਸੁਨੋ ਕਰੋ ਜੇ ਕਰਨਾ, ਚਰਨ ਸ਼ਰਮੇ ਅਨਿਤ ਬੀਜੈ ਕਰਨਾ। ਮਹਾਰਾਜ ਜੇ ਤੁਸੀਂ ਚਾਹੁੰਦੇ ਹੀ ਹੋ ਕੁਝ ਕਰਨਾ, ਫਿਰ ਐਸੇ ਕਰੋ, ਆਪਣੇ ਚਰਨਾਂ ਦਾ ਆਸਰਾ ਬਖਸ਼ੋ। ਕਿਉਂਕਿ ਤ੍ਰਿਸ਼ਨਾ ਰੋਜ਼ ਵੱਧਦੀ ਜਾਂਦੀ ਹੈ। ਇਹਨੇ ਖਾ ਲਿਆ ਨਹੀਂ। ਤ੍ਰਿਸ਼ਨਾ ਅਗਲ ਜਲੈ ਸੰਸਾਰ, ਇਹ ਐਸੀ ਚੀਜ਼ ਹੈ, ਇਹ ਵੱਧਦੀ ਹੋਈ ਜਾਂਦੀ ਹੈ। ਅੱਗ ਜਿਵੇਂ ਅੱਗ ਕਦੇ ਨਹੀਂ ਕਹੇਗੀ ਮੇਰੇ ਇੱਥੇ ਲੱਕੜਾਂ ਨਾ ਪਾਓ ਹੋਰ। ਤ੍ਰਿਸ਼ਨਾ ਕਦੇ ਨਹੀਂ ਕਹਿੰਦੀ ਵੀ ਹੋਰ ਇੱਛਾ ਨਾ ਕਰ, ਕਹਿੰਦੀ ਹੋਰ ਕਰ। ਇੱਕ ਇੱਛਾ ਪੂਰੀ ਹੁੰਦੀ ਹੈ, ਦੂਜੀ ਲੱਗ ਜਾਂਦੀ ਹੈ, ਦੂਜੀ ਲੱਗਦੀ, ਤੀਜੀ ਲੱਗ ਜਾਂਦੀ, ਇਹ ਚੱਲਦਾ ਹੀ ਰਹਿੰਦੀ ਹੈ ਕਾਰਵਾਈ। ਅੱਗ ਕਦੇ ਨਹੀਂ ਕਹਿੰਦੀ ਲੱਕੜਾਂ ਨਾ ਪਾ। ਜਿੰਨੀਆਂ ਲੱਕੜਾਂ ਪਾਈ ਜਾਓਗੇ ਸਗੋਂ ਅੱਗ ਉਨੀ ਉੱਚੀ ਜਾਂਦੀ ਹੈ। ਬਸ ਐਸਾ ਹੀ ਯਾਦ ਰੱਖੋ, ਤ੍ਰਿਸ਼ਨਾ ਵੀ ਐਸੀ ਹੋਈ ਚੀਜ਼ ਹੈ, ਇਹ ਅੱਗ ਦੀ ਨਿਆਈ ਹੈ। ਇੱਛਾ ਵੱਧਦੀਆਂ ਜਾਣਗੀਆਂ, ਤ੍ਰਿਸ਼ਨਾ ਵੱਧਦੀ ਹੋਈ ਜਾਂਦੀ ਹੈ। ਜਿਉਂ-ਜਿਉਂ ਬੁੱਢਾ ਹੁੰਦਾ ਹੈ ਮਨੁੱਖ, ਤ੍ਰਿਸ਼ਨਾ ਬੜੀ ਲੰਮੀ ਹੋ ਜਾਂਦੀ ਹੈ, ਫਿਰ ਮੁੜਨਾ ਬੜਾ ਔਖਾ ਹੋ ਜਾਂਦਾ ਹੈ। ਮਹਾਰਾਜ ਜੀ ਨੂੰ ਕਹਿੰਦੇ, ਮਹਾਰਾਜ ਕਿਰਪਾ ਕਰੋ, ਦਿਆਲੂ ਹੋਏ ਹੋ, ਆਪਣੇ ਚਰਨਾਂ ਦਾ ਆਸਰਾ ਬਖਸ਼ ਦਿਓ। ਜਾਣੈ ਸਗਰੋ ਜਗਤ ਆਸਰੇ, ਸੁਪਰ ਪਦਾਰਥ ਜੋ ਨਿਰਧਾਰੇ। ਮਹਾਰਾਜ ਨੂੰ ਕਹਿੰਦੇ, ਸੱਚੇ ਪਾਤਸ਼ਾਹ, ਦੁਨੀਆ ਦੇ ਜਿੰਨੇ ਵੀ ਪਦਾਰਥ ਨੇ, ਅਸੀਂ ਇਹਨਾਂ ਨੂੰ ਸੁਪਨੇ ਦੇ ਸਮਾਨ ਸਮਝਦੇ ਹਾਂ, ਹੋਰ ਕੋਈ ਜ਼ਿਆਦਾ ਨਹੀਂ ਸਮਝਦੇ। ਮਾਨ ਹੁਕਮ ਪ੍ਰਭ ਹਰਿ ਕੋ ਵਿਚੈ, ਨਾਹੀ ਚਾਹੇ ਕਛ ਇਹ ਬਲ ਦੀਜੈ। ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਸੱਚੇ ਪਾਤਸ਼ਾਹ ਉਹ ਸੇਖੀ ਕਹਿ ਰਹੇ ਨੇ, ਕਹਿੰਦੇ ਸਾਨੂੰ ਪ੍ਰਭੂ ਦੀ ਰਜ਼ਾ ਦੇ ਵਿੱਚ ਆਨੰਦ ਆਉਂਦਾ ਹੈ। ਇਸ ਕਰਕੇ ਮਹਾਰਾਜ ਕਿਰਪਾ ਕਰੋ, ਸਾਨੂੰ ਪਰਮਾਤਮਾ ਦੇ ਹੁਕਮ ਦੀ ਦਾਤ ਬਖਸ਼ੋ। ਬੋਲੇ ਸ੍ਰੀ ਪ੍ਰਭ ਹਮ ਭਗਤ ਹਾਂ, ਬਸੈ ਸਦਾ ਸੁਰ ਸੰਗਤ ਜਹਾਂ। ਮਹਾਰਾਜ ਜੀ ਕਹਿੰਦੇ ਵੀ ਤੁਸੀਂ ਮੇਰੇ ਚਰਨਾਂ ਦੀ ਧੂੜ ਲੋਚਦੇ ਹੋ,
ਉਹ ਕਿੱਡੀ ਵੱਡੀ ਗੱਲ ਕਹਿਣ ਲੱਗੇ ਨੇ ਮਹਾਰਾਜ। ਸਾਡੇ ਚਰਨ ਉੱਥੇ ਵਸਦੇ ਨੇ ਜਿੱਥੇ ਸਤ ਸੰਗਤ ਹੁੰਦੀ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਮੈਨੂੰ ਜੇ ਲੱਭਣਾ ਹੈ ਪਰਮਾਤਮਾ ਸਤ ਸੰਗਤ 'ਚ ਵਸਦਾ ਹੈ। ਤੇ ਮਹਾਰਾਜ ਬਾਣੀ ਵਿੱਚ ਵੀ ਕਹਿੰਦੇ ਨੇ ਹਰ ਜੀ ਜਿਹੜਾ ਹੈ ਉਹ ਸਤ ਸੰਗਤ ਦੇ ਵਿੱਚ ਵਸਦਾ ਹੈ। ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਖਾਣੀ ਹੈ। ਜੇ ਕੋਈ ਪ੍ਰਭੂ ਨੂੰ ਮਿਲਣਾ ਚਾਹੇ ਫਿਰ ਸਤ ਸੰਗਤ ਨੂੰ ਮਿਲੇ ਰੋਜ਼, ਕਿਉਂਕਿ ਸਤ ਸੰਗਤ 'ਚ ਆ ਕੇ ਕਰਮ ਜਿਹੜੇ ਬਲਵਾਨ ਹੁੰਦੇ ਨੇ। ਬਿਨਾਂ ਸਤ ਸੰਗਤ ਤੋਂ ਪ੍ਰਭੂ ਦਾ ਪ੍ਰੇਮ ਹਿਰਦੇ ਵਿੱਚ ਨਹੀਂ ਲੱਗਦਾ। ਸੰਤ ਸਜਣ ਕੀ ਸੇਵਾ ਕਰੀਜੈ, ਤਿਨ ਮੈਂ ਮਿਲ ਕਰ ਸਮਾਪਤੀ ਜੈ। ਮਹਾਰਾਜ ਜੀ ਕਹਿੰਦੇ ਨੇ ਸੰਤਾਂ ਦੀ ਸੇਵਾ ਕਰੋ, ਸਤ ਸੰਗਤ ਦੇ ਅੰਦਰ ਬੈਠਿਆ ਕਰੋ, ਉੱਥੇ ਬੈਠ ਕੇ ਪ੍ਰਭੂ ਦੀ ਬੰਦਗੀ ਕਰਿਆ ਕਰੋ। ਸੰਤ ਕਰਤਾਰ ਭੇਦ ਕਛ ਨਾਹੀ, ਦਿਲ ਵਿੱਚ ਧਾਰੋ ਮਨ ਮਾਹੀ। ਨਾਮ ਜਪਣ ਵਾਲੇ ਦਾ ਤੇ ਪ੍ਰਭੂ ਦਾ ਭੇਦ ਕੋਈ ਨਹੀਂ ਹੁੰਦਾ। ਨਾਮ ਜਪਣ ਵਾਲਾ ਤੇ ਪ੍ਰਭੂ ਇੱਕੋ ਹੀ ਚੀਜ਼ ਹੁੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜੇ ਸੰਤ ਨਾਮ ਜਪਦੇ ਨੇ ਉਹਨਾਂ ਦੀ ਸੰਗਤ ਕਰਿਆ ਕਰੋ। ਧਰਮ ਕੀਰਤ ਕਰ ਵਡ ਸੋ ਖਾਓ, ਚਰਨ ਸ਼ਰਨਿਤ ਇਉ ਜੇ ਕਮਾਓ। ਮਹਾਰਾਜ ਕਹਿੰਦੇ ਜੋ ਕੁਝ ਕਮਾਉਂਦੇ ਹੋ ਵੰਡ ਕੇ ਛਕਿਆ ਕਰੋ। ਧਰਮ ਦੀ ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇ। ਧਰਮ ਦੀ ਕਿਰਤ ਕਰਿਆ ਕਰੋ। ਜੋ ਪਰਮਾਤਮਾ ਤੁਹਾਨੂੰ ਬਖਸ਼ਦਾ ਹੈ ਉਹਨੂੰ ਸਾਰਿਆਂ ਨਾਲ ਵੰਡ ਕੇ ਖਾਇਆ ਕਰੋ। ਸਾਰ ਗੁਣ ਰੂਪ ਸੇਰ ਪਛਾਨੋ, ਸ਼ਬਦ ਰਿਦਾ ਮਮ ਨਿਰਗੁਣ ਮਾਨੋ। ਮਹਾਰਾਜ ਜੀ ਕਹਿੰਦੇ ਜਿਹੜਾ ਤੁਹਾਡਾ ਸਰੀਰ ਹੈ ਇਹ ਸਰਗੁਣ ਹੈ। ਕਹਿੰਦੇ ਜਿਹੜਾ ਆਪਣੇ ਸਰੀਰ ਨੂੰ ਸਰਗੁਣ ਰੂਪ ਪਛਾਣੋ, ਤੇ ਜਿਹੜਾ ਮੇਰਾ ਹਿਰਦਾ ਹੈ ਇਹ ਸ਼ਬਦ ਪਛਾਣੋ। ਜਿਹੜੀ ਗੁਰੂ ਦੀ ਬਾਣੀ ਹੈ ਗੁਰੂ ਦਾ ਹਿਰਦਾ ਹੈ, ਇਹ ਗੁਰੂ ਸਾਹਿਬ ਦਾ ਦਿਲ ਹੈ। ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਗੁਰੂ ਸਾਹਿਬ ਦਾ ਦਿਲ ਹੈ। ਇਸ ਕਰਕੇ ਗੁਰੂ ਦੇ ਦਿਲ ਨੂੰ, ਗੁਰੂ ਦੇ ਹਿਰਦੇ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਕਰੋ। ਮਿਲੇ ਸਰੀਰ ਵਿਸਰ ਸੇ ਜਾਵੇ, ਸ਼ਬਦ ਮਿਲੇ ਨਾ ਵਿਸਰਨ ਪਾਵੇ। ਮਹਾਰਾਜ ਕਹਿੰਦੇ ਸਰੀਰ ਕਰਕੇ ਤੇ ਤੁਹਾਡਾ ਸਾਡਾ ਵਿਛੋੜਾ ਹੋਣਾ ਹੀ ਹੋਣਾ। ਸਰੀਰ ਕਰਕੇ ਤੇ ਇੱਕ ਦਿਨ ਦੁਨੀਆ ਤੋਂ ਗੁਰੂ ਦਾ ਤੇ ਸਿੱਖ ਦਾ ਵਿਛੋੜਾ ਹੁੰਦਾ ਹੈ। ਪਰ ਮਹਾਰਾਜ ਜੀ ਕਹਿੰਦੇ ਨੇ ਇਸ ਕਰਕੇ ਯਾਦ ਰੱਖੋ, ਆਪਣੀ ਜ਼ਿੰਦਗੀ ਦੇ ਅੰਦਰ ਤੁਸੀਂ ਇੱਕ ਚੀਜ਼ ਦਾ ਯਾਦ ਰੱਖਣਾ, ਗੁਰੂ ਦੇ ਹਿਰਦੇ ਦੇ ਵਿੱਚ ਸਮਾ ਜਾਵੋ। ਗੁਰੂ ਦੇ ਹਿਰਦੇ ਦੀ ਪਛਾਣ ਕਰੋ। ਤਿਨ ਸੁਣ ਕੈ ਸ੍ਰੀ ਨਾਨਕ ਬਾਣੀ, ਤਿਸ ਬਿਦ ਕੇਨ ਨੇਕ ਮਨ ਮਾਨੇ। ਗੁਰੂ ਸਾਹਿਬ ਜੀ ਦੀ ਇਹ ਉਹਨਾਂ ਸਾਰੀ ਜਦੋਂ ਗੱਲ ਮੰਨੀ, ਮਹਾਰਾਜ ਜੀ ਦੀ ਬਚਨ ਸੁਣ ਕੇ ਉਹਨਾਂ ਨੇ ਗੁਰੂ ਜੀ ਦੇ ਬਚਨ ਆਪਣੇ ਮਨ ਦੇ ਵਿੱਚ ਠੀਕ ਸਮਝ ਲਏ। ਜੀਵਨ ਮੁਕਤ ਰੁਚਿਰ ਪਦ ਪਾਵਾ, ਸਤਿਗੁਰ ਬਚਨ ਹਿਰਦੈ ਠਹਿਰਾਵਾ। ਉਹਨਾਂ ਨੇ ਗੁਰੂ ਦੇ ਬਚਨ ਆਪਣੇ ਹਿਰਦੇ ਦੇ ਵਿੱਚ ਠਹਿਰਾ ਲਏ ਨੇ। ਗੁਰੂ ਦੀ ਗੱਲ ਮੰਨਦੇ ਨੇ। ਕਹਿੰਦੇ ਗੁਰੂ ਦੀ ਗੱਲ ਮੰਨਣ ਕਰਕੇ ਉਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਹੈ। ਜਾਣਿਓ ਸਗਰੋ ਜਗਤ ਅਸਾਰਾ, ਬਹੁ ਨਾ ਪ੍ਰਾਪਤ ਭਾ ਸੰਸਾਰਾ। ਕਹਿੰਦੇ ਇਸ ਕਰਕੇ ਆ ਸਾਰੀ ਦੁਨੀਆ ਦਾ ਜਗਤ ਉਹਨਾਂ ਨੇ ਮਿੱਥਿਆ ਸਮਝ ਲਿਆ। ਜਿਹਨੂੰ ਇਹ ਦੁਨੀਆ ਮਿੱਥਿਆ ਲੱਗਦੀ ਹੈ, ਕਤੰਚ ਮਾਤਾ ਕਤੰਚ ਪਿਤਾ, ਜਿਹਨੂੰ ਇਹ ਸਾਰਾ ਪਸਾਰਾ ਝੂਠ ਨਜ਼ਰ ਆ ਜਾਂਦਾ ਹੈ, ਫਿਰ ਉਹ ਕਹਿੰਦੇ ਨੇ ਦੁਬਾਰਾ ਉਹਨਾਂ ਦਾ ਦੁਨੀਆ ਤੇ ਆਉਣਾ ਜਾਣਾ ਨਹੀਂ ਹੁੰਦਾ। ਇੱਕ ਸਮਾਂ ਜਬ ਤਹਾਂ ਗੁਜ਼ਾਰਾ, ਇੱਕ ਦਿਨ ਬੈਠੇ ਮੁਖ ਉਜਾਰਾ। ਵਾਵਾ ਸਮਾਂ ਉਹਨਾਂ ਨੇ ਉੱਥੇ ਗੁਜ਼ਾਰਿਆ। ਇੱਕ ਦਿਨ ਮੁਕਤੀ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਥੇ ਬੈਠੇ ਹੋਏ ਸਨ। ਦੋਹਰਾ ਕਿਰਥੇ ਮਲ ਸਹਿਗਲ ਉਗੈ, ਰਾਮਾ ਦੇ ਦੀਨਾ। ਉੱਥੇ ਤਿੰਨ ਸਿੰਘ ਗੁਰੂ ਜੀ ਦੇ ਕੋਲ ਆਏ। ਇੱਕ ਸੀ ਪ੍ਰਿਥੀਮਲ, ਇੱਕ ਸੀ ਸਹਿਗਲ ਤੇ ਇੱਕ ਸੀ ਰਾਮਾ। ਆਏ ਸ੍ਰੀ ਗੁਰੂ ਦਰਸਕੋ, ਜਗਿਆਸਾ ਮਨ ਲੀਨਾ। ਉਹ ਆਪਣੇ ਹਿਰਦੇ ਦੇ ਵਿੱਚ ਜਗਿਆਸਾ ਲੈ ਕੇ, ਆਪਣੇ ਗੁਰੂ ਜੀ ਦੇ ਹਿਰਦੇ ਦੇ ਅੰਦਰ ਜਗਿਆਸਾ ਲੈ ਕੇ, ਸਵਾਲ ਲੈ ਕੇ ਗੁਰੂ ਜੀ ਦੇ ਦੁਆਰੇ ਆਏ ਹਨ। ਜੋ ਪਏ ਬਾਂਧ ਪਦਾਰ ਬਿੰਦ ਕੋ ਬੈਸੇ, ਕੇ ਕਾਲ ਮੈਂ ਬੋਲੇ ਐਸੇ। ਮਹਾਰਾਜ ਜੀ ਦੇ ਚਰਨਾਂ ਵਿੱਚ ਬੰਧਨ ਕਰਕੇ ਬੈਠ ਗਏ। ਬੰਦਨਾ ਕੀਤੀ ਹੈ, ਬੈਠ ਗਏ ਨੇ।
ਤੇ ਥੋੜੇ ਸਮੇਂ ਬਾਅਦ ਗੁਰੂ ਸਾਹਿਬ ਜੀ ਨੂੰ ਸਵਾਲ ਪੁੱਛਦੇ ਹਨ। हमको इस विद पंथ बताया बेसन रूप में एक है जय। ਕਹਿੰਦੇ ਗੁਰੂ ਸਾਹਿਬ ਨੂੰ ਕਹਿੰਦੇ ਮਹਾਰਾਜ ਸਾਨੂੰ ਐਸਾ ਤਰੀਕਾ ਦੱਸੋ ਜਿਹਦੇ ਨਾਲ ਅਸੀਂ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਈਏ। ਐਸਾ ਕੋਈ ਤਰੀਕਾ ਦੱਸੋ ਭਾਵ ਅਸੀਂ ਪਰਮੇਸ਼ਰ ਦੇ ਨਾਲ ਇੱਕ ਹੋ ਜਾਈਏ, ਸਾਡੇ ਤੇ ਪਰਮੇਸ਼ਰ ਵਿੱਚ ਕੋਈ ਭੇਦ ਨਾ ਰਹੇ। सहज सुखे नाम सो पावे कठिन कर्म जे कोण कमावे। ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਬੜੇ ਸੌਖੇ ਢੰਗ ਨਾਲ ਮੁਕਤੀ ਪਾਈਏ, ਜੇ ਕਠਿਨ ਕੰਮ ਹੈ ਤਾਂ ਉਹ ਕਿਹੜੀ ਕਮਾਈ ਹੈ ਜਿਹੜੀ ਕਰੀਏ ਜਿਹਦੇ ਨਾਲ ਪਰਮਾਤਮਾ ਨਾਲ ਇੱਕਮਿਕ ਹੋ ਜਾਈਏ। सुन कर सतगुर बचन बखाने त्रै विद तप तपसी सब खाने। ਮਹਾਰਾਜ ਜੀ ਕਹਿੰਦੇ ਤਿੰਨ ਤਰੀਕਿਆਂ ਦੇ ਤਪ ਨੇ। ਉਹ ਤਪ ਕਿਹੜੇ ਕਿਹੜੇ ਹਨ ਉਹ ਗੁਰੂ ਸਾਹਿਬ ਜੀ ਦੱਸਣ ਲੱਗੇ ਹਨ। दोहरा नगन शुदा जल अगन सो दिन तापै नर जोए। ਕਹਿੰਦੇ ਜਿਹੜੇ ਤਪ ਨੇ, ਕਈ ਮਨੁੱਖ ਜਿਹੜੇ ਨੇ ਆਪਣੇ ਆਪ ਨੂੰ ਨਿਰਵਸਤਰ ਰਹਿੰਦੇ ਨੇ, ਕਈ ਭੁੱਖੇ ਰਹਿ ਕੇ ਤਪ ਕਮਾਉਂਦੇ ਨੇ, ਕਈ ਜਲ ਦੇ ਵਿੱਚ ਬੈਠ ਜਾਂਦੇ ਨੇ, ਇਹਨੂੰ ਵੀ ਤਪ ਕਰਕੇ ਆਪਣੇ ਸਰੀਰ ਨੂੰ ਹੰਡਾਉਂਦੇ ਹਨ। कहे काम से तप है कर्म कठिन है जोए। ਮਹਾਰਾਜ ਜੀ ਕਹਿੰਦੇ ਨੇ ਇਹਨਾਂ ਨੂੰ ਤਾਮਸੀ ਤਪ ਕਹਿੰਦੇ ਨੇ, ਬੜੇ ਕਠਿਨ ਨੇ ਕਰਨੇ, ਭੁੱਖਾ ਰਹਿਣਾ ਬੜਾ ਕਠਿਨ ਹੈ। ਇਸ ਕਰਕੇ ਮਹਾਰਾਜ ਕਹਿੰਦੇ ਬਿਨਾਂ ਵਸਤਰਾਂ ਤੋਂ ਰਹਿਣਾ ਇਹ ਵੀ ਬੜਾ ਕਠਿਨ ਹੈ। ਇਹ ਜਿਹੜੇ ਤਪ ਨੇ ਇਹ ਬੜੇ ਕਠਿਨ ਹਨ। जो पए जे जुत काम जे रित सिद्ध पावे ने कामे मन सुध वह जावे। ਪਰ ਇਹਨਾਂ ਤਪਾਂ ਦਾ ਫਲ ਪਤਾ ਵੀ ਕੀ ਮਿਲਦਾ ਹੈ? ਜੇ ਤੇ ਕਿਸੇ ਦੇ ਅੰਦਰ ਕੋਈ ਕਾਮਨਾ ਹੈ, ਕੋਈ ਪਦਾਰਥ ਪਾਉਣ ਦੀ, ਉਹਨੂੰ ਮਿਲ ਜਾਂਦਾ ਹੈ। ਜੇ ਕਾਮਨਾ ਨਹੀਂ ਫਿਰ ਉਹਦਾ ਜਿਹੜਾ ਅੰਤःਕਰਨ ਹੈ ਉਹ ਸ਼ੁੱਧ ਹੋ ਜਾਂਦਾ ਹੈ। बहरो इस तप का अहंकारा तुम पावत है केतिक बारा। ਮਹਾਰਾਜ ਜੀ ਕਹਿੰਦੇ ਪਰ ਇਹ ਤਪ ਐਸਾ ਹੈ ਇਹਦਾ ਹੰਕਾਰ ਵੀ ਹੋ ਜਾਂਦਾ ਹੈ ਮਨੁੱਖ ਨੂੰ। ਮੈਂ ਭੁੱਖਾ ਰਿਹਾ, ਇੰਨੇ ਸਾਲ ਤਪ ਕੀਤਾ ਹੈ। ਤਾਮਸੀ ਤਪ ਜਿਹੜਾ ਹੈ ਉਹ ਹਰਨਾਕਸ਼ ਨੇ ਵੀ ਕੀਤਾ ਸੀ, ਹੰਕਾਰ ਹੋ ਗਿਆ ਸੀ ਉਹਨੂੰ। ਇਸ ਕਰਕੇ ਕਹਿੰਦੇ ਮਹਾਰਾਜ ਇਹ ਜਿਹੜਾ ਤਪ ਹੈ ਤਾਮਸੀ, ਰਜੋ ਤਮੋ ਤੇ ਸਤੋ, ਤਮ ਰੂਪੀ ਤਪ ਹੈ, ਤਪਾਉਣਾ, ਕ੍ਰੋਧੀ ਬਿਰਤੀ। ਕਹਿੰਦੇ ਤਾਮਸੀ ਤਪ ਦੇ ਨਾਲ ਮਨੁੱਖ ਨੂੰ ਪ੍ਰਾਪਤੀ ਤੇ ਹੋ ਜਾਂਦੀਆਂ ਨੇ ਰਿੱਧੀਆਂ ਸਿੱਧੀਆਂ, ਸਾਰੇ ਪਦਾਰਥ ਤੇ ਪ੍ਰਾਪਤ ਹੋ ਜਾਂਦੇ ਨੇ, ਪਰ ਇਹਦੇ ਨਾਲ ਹੰਕਾਰ ਆ ਜਾਂਦਾ ਹੈ ਤੇ ਹੰਕਾਰ ਦੇ ਨਾਲ ਬਾਰ-ਬਾਰ ਜਨਮ ਮਰਨ ਹੁੰਦਾ ਰਹਿੰਦਾ ਹੈ। ताते राज सत तुम तप कीजै होय कल्याण ताप त्रै सीजै। ਮਹਾਰਾਜ ਜੀ ਕਹਿੰਦੇ ਇਸ ਕਰਕੇ ਨਾ ਤੁਸੀਂ ਰੱਜ ਸਤ ਤਪ ਕਰੋ। ਉਹ ਤਪ ਕਲਿਆ ਉਹਦੇ ਨਾਲ ਉਹ ਤਪ ਕਰੋਗੇ ਤੁਹਾਡੇ ਜਿਹੜੇ ਤਿੰਨੇ ਤਾਪ ਨੇ ਉਹ ਦੂਰ ਹੋ ਜਾਣਗੇ। कहे सो राज सत लखै ना को भेद बताओ जानै सो। ਮਹਾਰਾਜ ਜੀ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ ਅਸੀਂ ਤੇ ਨਹੀਂ ਜਾਣਦੇ ਇਹ ਕੀ ਹੈ, ਰੱਜ ਤਪ ਕੀ ਹੈ ਜਿਹੜਾ ਤੁਸੀਂ ਦੱਸ ਰਹੇ ਹੋ। ਸਾਡੇ ਤੇ ਕਿਰਪਾ ਕਰੋ, ਸਾਨੂੰ ਇਹ ਤਪ ਬਾਰੇ ਦੱਸਣਾ ਕਰੋ। दोहरा रजो गुणी तब सात के भगत कह है काहे। ਮਹਾਰਾਜ ਜੀ ਕਹਿੰਦੇ ਕਿਸ ਨੂੰ ਰਜੋਗੁਣੀ ਤਪ ਸ਼ਾਂਤਕ ਭਗਤੀ ਕਹਿੰਦੇ ਹਨ। ਹੇ ਕਿਰਪਾਲੂ ਜੀ ਕਿਰਪਾ ਕਰੋ ਸਾਡੇ ਤੇ। ਫਿਰ ਬੇਨਤੀ ਕਰਦੇ ਨੇ ਕਿਰਪਾ ਕਰੋ ਇਹ ਤਪ ਬਾਰੇ ਸਾਨੂੰ ਦੱਸਣਾ ਕਰੋ। करुणा बारे भेद जे सर्व को हम पाहे। ਮਹਾਰਾਜ ਜੀ ਨੂੰ ਕਹਿੰਦੇ ਵੀ ਕਿਰਪਾ ਕਰੋ ਸੱਚੇ ਪਾਤਸ਼ਾਹ ਸਾਨੂੰ ਇਹ ਭੇਦ ਦੱਸ ਦਿਓ, ਇਹ ਤਪ ਕਿਵੇਂ ਹੁੰਦਾ ਹੈ। जो पए सुन श्री मुख सो बचन उचारे परतै बिखम नैन हटकारे। ਮਹਾਰਾਜ ਜੀ ਕਹਿੰਦੇ ਵੀ ਆਪਣੀਆਂ ਅੱਖਾਂ ਨੂੰ ਨਾ ਪਹਿਲਾਂ ਦੂਜੇ ਦਾ ਰੂਪ, ਦੂਜੇ ਦਾ ਧਨ ਵੇਖਣ ਤੋਂ ਟਾਓ। ਇਹਨਾਂ ਨੂੰ ਪਹਿਲਾਂ ਰੋਕਣਾ ਹੈ। ਇਹ ਨੇਤਰੋ ਮੇਰਿਓ ਹਰ ਬਿਨ ਅਵਰ ਨਾ ਦੇਖੋ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਏ। ਪਹਿਲਾਂ ਤੇ ਇਹ ਕੰਮ ਕਰੋ, ਆ ਜਿਹੜਾ ਸੰਸਾਰ ਤੁਸੀਂ ਤੱਕ ਰਹੇ ਹੋ ਆ ਸੰਸਾਰ ਨੂੰ ਵਿਸ਼ ਰੂਪ ਜਾਣੋ ਤੇ ਆਪਣੇ
ਇਹ ਕਿਰਪਾ ਇਹ ਕਰੋ, ਆਪਣੀਆਂ ਅੱਖਾਂ ਦੇ ਨਾਲ ਐਸੀ ਤੁਹਾਡੇ ਅੰਦਰ ਬਿਰਤੀ ਬਣ ਜਾਏ, ਪਰਾਇਆ ਰੂਪ ਤੇ ਪਰਾਇਆ ਧਨ ਨਾ ਤੱਕੋ। ਨਿੰਦਾ ਨਤਨੈ ਸਰਣ ਸੁਨਾਵੋ, ਕਰ ਜੋਰੇ ਜਾਰੀ ਨਾ ਲਗਾਵੋ। ਮਹਾਰਾਜ ਕਹਿੰਦੇ ਦੂਜਾ ਕਰੋ, ਨਿੰਦਾ ਨਾ ਸੁਣੋ ਕਿਸੇ ਦੀ, ਜ਼ਿੰਦਗੀ ਵਿੱਚ ਨਿੰਦਾ ਛੱਡ ਦਿਓ। ਤੀਜਾ ਕਹਿੰਦੇ ਨਾ ਹੱਥਾਂ ਦੇ ਨਾਲ ਚੋਰੀ ਨਾ ਕਰੋ। ਇਹਨਾਂ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ ਹੈ। ਆਪਣਾ ਸੁਖ ਸੰਗਤ ਪਗ ਸੋਜੈ, ਕਰਮ ਕਰਮ ਮਰਨਾ ਚਲੈ। ਇਸ ਕਰਕੇ ਕਦੀ ਵੀ ਇਹਨਾਂ ਪੈਰਾਂ ਦੇ ਨਾਲ ਕੁਸੰਗਤ ਵਿੱਚ ਨਾ ਜਾਓ। ਇਹ ਜਿਹੜੇ ਕਦਮ ਨੇ, ਇਹ ਰੱਬ ਨੇ ਸਾਨੂੰ ਲੱਤਾਂ ਦਿੱਤੀਆਂ ਨੇ, ਇਹ ਸਤ ਸੰਗਤ ਵਾਸਤੇ ਦਿੱਤੀਆਂ। ਇਹਨਾਂ ਪੈਰਾਂ ਦੇ ਨਾਲ ਕਦੀ ਵੀ ਕੁਸੰਗਤ ਵਿੱਚ ਨਾ ਜਾ ਕੇ ਬਹੋ। ਨਾਲ ਦੀ ਨਾਲ ਮਨ ਨੂੰ ਭੈੜੇ ਕੰਮਾਂ ਤੋਂ ਰੋਕ ਲੈਣਾ ਚਾਹੀਦਾ ਹੈ। ਸੰਤ ਦਰਸ ਮਸਤਕ ਚਲ ਉਲਾਵੈ, ਜਸ ਗੋਬਿੰਦ ਨਿਚਰਨ ਸੁਨਾਵੈ। ਕਹਿੰਦੇ ਇਸ ਕਰਕੇ ਜਿਹੜੇ ਸੰਤ ਲੋਕ ਹਨ, ਜਿਹੜੇ ਪਰਮਾਤਮਾ ਦੀ ਭਗਤੀ ਦੇ ਵਿੱਚ ਬਿਲਕੁਲ ਰਿੱਝ ਗਏ ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ ਹੈ, ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮਸਤਕ ਤੇ ਲਾਵੋ। ਰਸਨਾ ਸਤਨਾਮ ਕੇ ਬਹਰੋ, ਸਿਵ ਪਰਮੇਸ਼ਰ ਮੈਂ ਤਜੋਰੋ। ਦੂਜਾ ਕੰਮ, ਇੱਕ ਹੋਰ ਪੰਜਵਾਂ ਕੰਮ ਕਰੋ, ਆਪਣੀ ਰਸਨਾ ਨਾਲ ਕਦੇ ਝੂਠ ਨਾ ਬੋਲੋ। ਜੇ ਝੂਠ ਬੋਲੋਗੇ ਫਿਰ ਜਿਹੜੇ ਕਰਮ ਨੇ ਉਹ ਖਤਮ ਹੁੰਦੇ ਨੇ, ਤੇ ਜੀਵ ਦੇ ਨਾਲ ਸਿਰਫ ਪਰਮਾਤਮਾ ਦੇ ਗੁਣ ਗਾਉਂਦੇ ਰਹੋ। ਸੇਵਦਾਨ ਨਿਜ ਕਰ ਸੋ ਕਰਨਾ, ਸਦ ਸੰਗਤ ਕਮਨੈ ਸਦ ਚਰਨਾ। ਕਹਿੰਦੇ ਇਸ ਕਰਕੇ ਆਪਣੇ ਹੱਥਾਂ ਨੂੰ ਸੇਵਾ ਦੇ ਵਿੱਚ ਲਾਓ, ਤੇ ਹਮੇਸ਼ਾ ਆਪਣੇ ਕੰਨਾਂ ਦੇ ਨਾਲ ਪ੍ਰਭੂ ਦਾ ਜਸ ਸ਼ਰਵਣ ਕਰੋ। ਕਰਮ ਜਾਗ ਸੇ ਤਪ ਹੀ ਜਾਨੋ, ਸੁਨੋ ਸ਼ਾਂਤ ਕੇ ਤਪ ਸੋ ਬਤਾਨੋ। ਮਹਾਰਾਜ ਜੀ ਕਹਿੰਦੇ ਇਹ ਰਾਜਸੀ ਤਪ ਹੈ। ਹੁਣ ਮੈਂ ਤੁਹਾਨੂੰ ਸ਼ਾਂਤ ਕੀ ਤਪ ਬਾਰੇ ਦੱਸਣ ਲੱਗਿਆ ਹਾਂ। ਨਾਮ ਗੁਰੂ ਬਾਣੀ ਦਿਸ ਕਾਲ, ਸੁਨਤ ਪੜਤ ਨ ਆਲਸ ਕਾਲ। ਮਹਾਰਾਜ ਕਹਿੰਦੇ ਫਿਰ ਅਗਲਾ ਜਿਹੜਾ ਹੈ ਸ਼ਾਂਤ ਕੀ ਤਪ ਹੈ, ਉਹਦੇ ਕੀ ਲੱਛਣ ਨੇ? ਉਹਦੇ ਲੱਛਣ ਹਨ, ਜਦੋਂ ਵੀ ਬਾਣੀ ਪੜੋ, ਬਾਣੀ ਸ਼ਰਵਣ ਕਦੋਂ, ਕਦੀ ਆਲਸ ਨਾ ਕਰੋ। ਬਾਣੀ ਐਵੇਂ ਵੀ ਕਹਿੰਦੀ ਹੈ, ਕਦੀ ਮਨ ਦੇ ਵਿੱਚ ਵਿਚਾਰ ਆ ਜਾਏ ਨਾ ਵੀ ਚੱਲ ਮਨਾ ਸਤ ਸੰਗਤ ਵਿੱਚ ਚੱਲ, ਨਾਲ ਹੀ ਤੁਰ ਪੈਣਾ ਚਾਹੀਦਾ। ਕੀ ਪਤਾ ਲੱਗਦਾ ਮਨ ਕਦੋਂ, ਮਨ ਦੇ ਵਿੱਚ ਹੋਰ ਕੋਈ ਵਿਚਾਰ ਆਏ ਮਨ ਬਦਲ ਜਾਏ। ਨਾ ਵਿਲੰਬ ਧਰਮੰ ਵਿਲੰਬ ਪਾਪੰ। ਜੇ ਦੇਰੀ ਕਰਨੀ ਹੈ ਜ਼ਿੰਦਗੀ 'ਚ, ਪਾਪ ਕਰਨ ਲੱਗਿਆ ਕਰੋ। ਕਿਸੇ ਦੀ ਨਿੰਦਿਆ ਕਰਨੀ ਹੈ ਤਾਂ ਦੇਰੀ ਕਰੋ। ਉਸ ਤੋਂ ਪਹਿਲਾਂ 5-4 ਮਿੰਟ ਸੋਚ ਲਓ, ਮੈਂ ਉਹਦੀ ਨਿੰਦਿਆ ਕਰੂੰ, ਮੇਰਾ ਕੀ ਵਿਗਾੜਿਆ ਉਹਨੇ। ਅਸੀਂ ਕਿਸੇ ਦੀ ਬਿਨਾਂ ਗੱਲ ਤੋਂ ਹੀ ਨਿੰਦਿਆ ਕਰੀ ਜਾਂਦੇ ਆ। ਮਨੁੱਖ ਕਈ ਵਾਰੀ ਹੁੰਦਾ ਵੀ ਨਹੀਂ, ਗੱਲ ਵੀ ਕੋਈ ਨਹੀਂ ਹੁੰਦੀ, ਬਿਨਾਂ ਗੱਲ ਤੋਂ ਹੀ ਨਿੰਦਿਆ, ਬਿਨਾਂ ਗੱਲ ਦੀ ਈਰਖਾ ਮਨੁੱਖ ਰੱਖੀ ਫਿਰਦਾ। ਮਹਾਰਾਜ ਇਹ ਗੱਲ ਕਹਿੰਦੇ ਨੇ, ਨਿੰਦਾ ਨਾ ਕਰੋਗੇ, ਨਿੰਦਾ ਭਲੀ ਕਿਸੇ ਕੀ ਨਹੀਂ, ਕਿਸੇ ਦੀ ਵੀ ਚੰਗੀ ਨਹੀਂ। ਮਨਮੁਖ ਮੁਗਧ ਕਰਨ, ਮੋਹ ਕਾਲੇ ਤਿੰਨ ਨਿੰਦਕਾ, ਨਰਕੇ ਘੋਰ ਪਵਨ। ਨਰਕ 'ਚ ਪੈਂਦੇ ਨੇ ਜਿਹੜੇ ਨਿੰਦਾ ਕਰਨ। ਔਰ ਇਹ ਕੋਈ ਅਤ ਕਥਨੀ ਨਹੀਂ ਹੈ, ਇਹ ਸਤਪੁਰਸ਼ ਦੇ ਬੋਲ ਨੇ, ਗੁਰੂ ਦੇ ਬੋਲ ਨੇ। ਗੁਰੂ ਨੇ ਦੇਖਿਆ ਨਿੰਦਿਆ ਕਰਦਿਆਂ ਨੂੰ ਨਰਕਾਂ ਵਿੱਚ ਜਾਂਦਿਆਂ, ਤਾਂ ਹੀ ਤੇ ਲਿਖ ਦਿੱਤਾ ਹੈ। ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਨਰਕ ਸਵਰਗ ਸਾਰੇ ਸਨ, ਤਾਂ ਹੀ ਤੇ ਮਹਾਰਾਜ ਨੇ ਕਹਿੰਦੇ ਨਰਕੇ ਘੋਰ ਪਵਨ। ਹੁਣ ਜਿਹੜੇ ਕਹਿੰਦੇ ਨੇ ਵੀ ਨਰਕ ਸਵਰਗ ਹੈ ਹੀ ਨਹੀਂ, ਫਿਰ ਇੱਥੇ ਮਤਲਬ ਹੈ ਪਵਨ ਜਿਹੜੇ ਪੈਂਦੇ ਹਨ ਉਹ ਨਰਕਾਂ ਦੇ ਵਿੱਚ ਜਾ ਡਿੱਗਦੇ ਹਨ। ਜਿਉਂਦੇ ਨਰਕ 'ਚ ਨਹੀਂ ਕਿਹਾ, ਮਰਨ ਤੋਂ ਪਿੱਛੇ ਨਰਕ 'ਚ ਡਿੱਗਦੇ ਨੇ। ਜਿਹੜੇ ਕਹਿੰਦੇ ਵੀ ਜਿਉਂਦਿਆਂ ਹੀ ਆ ਜਿਹੜਾ ਨਰਕ, ਫਿਰ ਕੋਈ ਨਰਕ ਸਵਰਗ ਨਹੀਂ। ਫਿਰ ਬਾਣੀ ਦੇ ਇੱਥੇ ਅਗਲੀ ਗੱਲ ਕਰ ਰਹੀ ਹੈ, ਫਿਊਚਰ ਟੈਂਸ ਵਰਤ ਰਹੀ ਹੈ ਬਾਣੀ। ਪੈਂਦੇ ਹਨ, ਫਿਊਚਰ ਟੈਂਸ ਗੁਰਬਾਣੀ ਦਾ ਜਿਹੜਾ ਗੁਰਬਾਣੀ ਵਿਆਕਰਣ ਹੈ, ਉਹ ਤੇ ਇਹ ਕਹਿੰਦੀ ਹੈ ਨਰਕ ਦੇ ਵਿੱਚ ਪੈਂਦੇ ਹਨ। ਤੇ ਜਿਹੜੇ ਕਹਿੰਦੇ ਨਰਕ ਸਵਰਗ ਹੈ ਹੀ ਨਹੀਂ, ਉਹ ਫਿਰ ਕਿੱਧਰ ਜਾਣ ਕੇ, ਉਹਨਾਂ ਤੇ ਪੈਣਾ ਹੀ ਪੈਣਾ। ਕਿਉਂਕਿ ਜਿਨ੍ਹਾਂ ਕੋਲ ਜਪ ਤਪ ਨਹੀਂ ਨਾ ਹੁੰਦਾ, ਉਹ ਫਿਰ ਇਹੀ ਉਹ ਕਹਿ ਦਿੰਦੇ ਨੇ, ਉਹ ਕਿਹੜਾ ਅਗਲਾ ਕਿਨੇ ਵੇਖਿਆ, ਅੱਗੇ ਕਿਹੜਾ ਸਵਰਗ ਹੈ। ਕਿ ਤਪ ਕਰਨਾ ਹੈ ਕਲਯੁਗ ਦੇ ਵਿੱਚ ਕੋਈ ਸੌਖਾ ਨਹੀਂ। ਬਾਣੀ ਕਹਿੰਦੀ ਹੈ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ,
ਸੋ ਕਹੀਤ ਹੈ ਸੂਰਾ। ਆਤਮ ਜਿਨੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ। ਆ ਕਲਯੁਗ ਦੇ ਸਮੇਂ ਵਿੱਚ ਘਰ ਦੇ ਕੰਮ ਧੰਦੇ ਛੱਡ ਕੇ ਤੇ ਗੁਰੂ ਦੀ ਕਥਾ ਸੁਣਨੀ ਇਹ ਛੋਟਾ ਤਪ ਹੈ ਕੋਈ? ਬੜਾ ਵੱਡਾ ਤਪ ਹੈ। ਸੌਖਾ ਨਹੀਂ ਹੈ ਇਸ ਸਮੇਂ 'ਚ ਤਪ ਕਰਨਾ, ਬੜਾ ਔਖਾ ਹੈ। ਪਰ ਕਰਵਾਉਂਦਾ ਹੈ ਗੁਰੂ, ਕਰਵਾ ਰਿਹਾ, ਜਿਨ੍ਹਾਂ ਕੋਲ ਕਰਵਾਉਂਦਾ ਕਰਾ ਵੀ ਰਿਹਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ, ਆਪਣੀ ਜ਼ਿੰਦਗੀ 'ਚ ਮਨੋਰਥ ਸਾਧ ਕੇ ਤਪ ਕਰੋ। ਆਪਣੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਦੀ ਬੰਦਗੀ ਕਰੋ। ਤੇ ਜਦੋਂ ਵੀ ਬੰਦਗੀ ਕਰੋ ਆਲਸ ਨਾ ਲਿਆਓ ਮਨ ਵਿੱਚ। ਇਹ ਨਾ ਕਹੋ ਵੀ ਕੱਲ੍ਹ ਨੂੰ ਕਰ ਲਵਾਂਗੇ, ਕੱਲ੍ਹ ਦਾ ਕੀ ਪਤਾ। ਕੱਲ੍ਹ ਅਸੀਂ ਸੁਣ ਰਹੇ ਸੀ ਉਹ ਬਾਲਕ ਦੀ ਗੱਲ, ਉਹ ਕਹਿ ਰਿਹਾ ਸੀ ਮੈਂ ਆਪਣੀ ਮਾਂ ਨੂੰ ਕਿਹਾ ਵੀ ਮਾਂ ਲੱਕੜਾਂ ਤੇ ਤੂੰ ਥੱਲੇ ਲਵਾਤੀਆਂ ਨੇ, ਮੈਨੂੰ ਅੱਜ ਇੱਕ ਸਿੱਖ ਮਿਲੀ ਹੈ ਵੀ ਅੱਗ ਦਾ ਤੇ ਮੌਤ ਦਾ ਸੁਭਾਅ ਇੱਕੋ ਹੀ ਹੈ। ਇਹ ਨਾ ਛੋਟਿਆਂ ਨੂੰ ਵਹਿੰਦੀ ਹੈ ਨਾ ਵੱਡਿਆਂ ਨੂੰ ਵਹਿੰਦੀ, ਨਹੀਂ ਵਹਿੰਦੀ। ਮੌਤ ਨਾ ਛੋਟਿਆਂ ਨੂੰ ਵੇਖੇ ਨਾ ਵੱਡਿਆਂ ਨੂੰ ਵੇਖੇ। ਮਹਾਰਾਜ ਜੀ ਹੁਣ ਜਿਹੜਾ ਸਾਂਤਕੀ ਤਪ ਬਾਰੇ ਦੱਸਦੇ ਨੇ, ਕਹਿੰਦੇ ਬਾਣੀ ਪੜੋ ਪਰ ਕਦੇ ਵੀ ਆਲਸ ਨਾ ਕਰੋ। ਮਨ ਤੇ ਸਮੈ ਨਿਕਸਕਤ ਜਾਏ, ਬਾਰ ਬਾਰ ਰੋਕੈ ਬਰਿਆਏ। ਮਨ ਕਦੇ ਵੀ ਬਾਹਰ ਜਾਏ, ਮਨ ਕਦੇ ਵੀ ਬੁਰਾਈ ਵਿੱਚ ਨੂੰ ਭੱਜੇ। ਮਨ ਨੂੰ ਬੁਰਾਈ ਤੋਂ ਰੋਕਣਾ ਚਾਹੀਦਾ ਹੈ। ਮਨ ਰੋਕਤ ਮੈਂ ਆਲਸ ਕਰੇ, ਮਨ ਕਰ ਸਰਮਦ ਸ਼ਬਦ ਮੈਂ ਧਰੇ। ਮਨ ਰੋਕਣ ਲੱਗਿਆ ਕਦੇ ਆਲਸ ਨਾ ਕਰੇ। ਕਈ ਵਾਰੀ ਕੀ ਹੁੰਦਾ ਹੈ, ਕਈ ਵਾਰੀ ਅਸੀਂ ਮਨ ਨੂੰ ਰੋਕ ਵੀ ਲੈਂਦੇ ਹਾਂ। ਕਈ ਵਾਰ ਸੋਚੀਦਾ ਚਲੋ ਹੁਣ ਤੇ ਵੀ 2-3 ਘੰਟੇ ਹੁਣੇ ਰੋਕੀ ਰੱਖਿਆ, ਚਲ ਇੱਕ ਵਾਰੀ ਜਾ ਹੀ ਆਏ। ਐਸੀ ਗੱਲ ਨਹੀਂ, ਹਰ ਮਨੁੱਖ ਰੋਕਦਾ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਐਸਾ ਦੁਨੀਆ ਤੇ ਕੋਈ ਮਨੁੱਖ ਨਹੀਂ ਹੈ ਜਿਹਦੇ ਅੰਦਰ ਵਿਚਾਰ ਮਾੜੇ ਨਹੀਂ ਚੱਲਦੇ, ਸਭ ਦੇ ਅੰਦਰ ਚੱਲਦੇ। ਪਰ ਕਈ ਪੁਰਸ਼ ਐਸੇ ਨੇ, ਕਈ ਐਸੇ ਹੁੰਦੇ ਨੇ ਜਿਹੜੇ ਰੋਕ ਲੈਂਦੇ ਨੇ, ਗੁਰੂ ਦਾ ਬਚਨ ਪੜ੍ਹਦੇ ਨੇ, ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਰੋਕ ਲੈਂਦੇ ਨੇ, ਇਹਨਾਂ ਵਿਚਾਰਾਂ ਤੇ ਕੰਟਰੋਲ ਕਰਦੇ ਨੇ। ਇਸ ਕਰਕੇ ਬਾਣੀ ਕਹਿ ਰਹੀ ਹੈ ਮਨ ਜਦੋਂ ਵੀ ਵਿਚਾਰਾਂ ਵੱਲ, ਮਾੜਿਆਂ ਵੱਲ ਜਾਏ, ਇਹਨੂੰ ਰੋਕੋ। ਤੇ ਰੋਕਣ ਲੱਗਿਆ ਕਦੇ ਵੀ ਆਲਸ ਨਾ ਕਰੋ। ਦੋਹਰਾ ਬਾਦ ਮਸਾਲਾ ਦੇ ਵਹੇ, ਜੋ ਖਾਵੇ ਨਾ ਸੋਏ। ਕਹਿੰਦੇ ਜਦੋਂ ਘੋੜਾ ਬਿਮਾਰ ਹੋ ਜਾਂਦਾ ਨਾ, ਉਹਨੂੰ ਮਸਾਲਾ ਦਿੰਦੇ ਨੇ, ਪਰ ਘੋੜਾ ਮਸਾਲਾ ਨਹੀਂ ਖਾਂਦਾ। ਕਿਉਂ ਨਹੀਂ ਖਾਂਦਾ? ਕਿਉਂਕਿ ਉਹਨੇ ਕਦੇ ਖਾਧਾ ਹੀ ਨਹੀਂ ਹੁੰਦਾ। ਘੋੜਾ ਥੱਕ ਜਾਂਦਾ ਹੈ, ਮਾਲਕ ਥੱਕ ਜਾਂਦਾ ਹੈ ਮਸਾਲਾ ਪਾ ਪਾ ਕੇ ਅੱਗੇ, ਪਰ ਘੋੜਾ ਫਿਰ ਵੀ ਮਸਾਲਾ ਨਹੀਂ ਖਾਂਦਾ। ਤਿਉ ਮਨ ਪਰਮਤ ਦਸ ਦਿਸਾ, ਸ਼ਬਨਾ ਪ੍ਰੇਮੀ ਹੋਏ। ਹੁਣ ਜਿਵੇਂ ਘੋੜਾ ਮਸਾਲਾ ਨਹੀਂ ਖਾਂਦਾ ਹੈ ਤੇ ਉਹਦਾ ਹੀ ਰੋਗ ਠੀਕ ਕਰਨ ਵਾਸਤੇ, ਪਰ ਖਾਂਦਾ ਨਹੀਂ। ਕਿਉਂ ਨਹੀਂ ਖਾਂਦਾ? ਉਹਨੂੰ ਸੋਝੀ ਨਹੀਂ ਹੈ। ਐਵੇਂ ਹੀ ਮਨ ਹੈ। ਅਹੋ ਕਬੀਰ ਮਨ ਪੰਖੀ ਭਿਓ, ਉੱਡ 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 10 ਦਿਸ ਜਾਏ। ਇਹ 10 ਦਿਸ਼ਾਵਾਂ ਵਿੱਚ ਘੁੰਮਦਾ ਰਹਿੰਦਾ ਹੈ। ਕਦੀ ਕੀਤੋਂ ਦੀ ਖਬਰ ਲਿਆਈ ਰੱਖਦਾ ਹੈ, ਜਿਹੜੀਆਂ ਗੱਲਾਂ ਨਹੀਂ ਵੀ ਯਾਦ ਕਰਨੀਆਂ ਉਹ ਵੀ ਕਰੀ ਫਿਰਦਾ। ਮਨੁੱਖ ਦੇ ਮਨ ਦੇ ਉੱਤੇ ਇੰਨਾ ਕੁ ਵਜ਼ਨ ਹੈ, ਤੁਸੀਂ ਆਪ ਹੀ ਸਮਝ ਲਓਗੇ। ਜਿੰਨੇ ਮੁਹੱਲੇ ਦੇ ਵਿੱਚ ਲੋਕ ਰਹਿੰਦੇ ਨੇ, ਉਨਿਆਂ ਦੀਆਂ ਫਾਈਲਾਂ ਦੇ ਮਾੜੇ ਵਿਚਾਰੇ ਦੇ ਵਿੱਚ ਹੈ। ਮੁਹੱਲੇ ਦੇ ਵਿੱਚ ਕਿਹੜੇ ਕਿਹੜੇ ਮਨੁੱਖ 'ਚ ਕਿਹੜਾ ਕਿਹੜਾ ਔਗਣ ਹੈ, ਉਹਨੂੰ ਤੇ ਭਾਵੇਂ ਨਾ ਪਤਾ ਹੋਏ, ਉਹਦੇ ਪੜੋਸੀਆਂ ਨੂੰ ਸਾਰੇ ਹੀ ਪਤਾ ਹੋਵੇ। ਆਪ ਨਹੀਂ ਪਤਾ ਮਨੁੱਖ ਨੂੰ ਮੇਰੇ 'ਚ ਕਿੰਨੇ ਔਗਣ ਨੇ, ਉਹਦੇ ਗਵਾਂਢੀਆਂ ਨੂੰ ਪਤਾ ਹੁੰਦੇ ਨੇ ਸਾਰੇ, ਉਹਨੂੰ ਆਪਣੇ ਗਵਾਂਢੀਆਂ ਦੇ। ਇਸ ਕਰਕੇ ਦੋਵਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਦੋਵਾਂ 'ਚ ਕਿਹੜੇ ਔਗਣ ਨੇ। ਨਹੀਂ, ਆਪਣੇ ਗਵਾਂਢੀਆਂ ਦੇ, ਆਪਣੇ ਪੜੋਸੀਆਂ ਦੇ, ਸਾਰਿਆਂ ਨੂੰ ਹੀ ਪਤਾ। ਔਰ ਇੱਕ ਪੜੋਸੀ ਦੇ ਹੋਣ ਤੇ ਤਾਂ ਤੇ ਗੱਲ ਚੱਲ ਜਾਏ, ਸਾਰੇ ਰਿਸ਼ਤੇਦਾਰਾਂ ਦੇ ਵੀ ਪਤਾ ਨੇ। ਜਿੰਨੇ ਜਿੰਨੇ ਲੋਕ ਅੱਜ ਤਾਈਂ ਮਿਲੇ ਨੇ, ਸਾਰਿਆਂ ਦੇ ਹੀ ਪਤਾ ਨੇ। ਫਿਰ ਉਹ ਜਦੋਂ ਸਾਹਮਣੇ ਆਉਂਦੇ ਨੇ, ਨਾਲੋਂ ਨਾਲ ਉਹਨਾਂ ਦੇ ਔਗਣ ਹੀ ਚੇਤੇ ਆਉਂਦੇ ਨੇ। ਜੇ ਕੋਈ ਗੱਲ ਕਰੇ ਵੀ ਨਾ, ਕੋਈ ਸੱਚਾਈ ਦੇਵੇਗਾ ਸਾਨੂੰ, ਆਪਣੇ ਮਨ 'ਚ ਉਹਦੇ ਮੂੰਹ ਤੇ ਨਹੀਂ ਕਹਿੰਦੇ, ਮਨ 'ਚ ਸੋਚੀ ਜਾਏਗਾ ਪਤਾ ਹੈ ਮੈਨੂੰ ਤੇਰੇ ਬਾਰੇ, ਕਿੰਨਾ ਕੁ ਤੂੰ ਜੱਬੀ ਤੱਪੀ ਹੈ ਵੀ ਤੂੰ। ਉਹ ਜਿਹੜੀ ਗੱਲ ਸੱਚਾਈ ਦੀ ਕਰੇ ਉਹ ਤੇ ਸੁਣ ਲਵੋ। ਐਸਾ ਕਿਹੜਾ ਮਨੁੱਖ ਹੈ ਜਿਹਦੇ 'ਚ ਔਗਣ ਨਹੀਂ? ਸਾਰੇ ਹੀ ਔਗਣਾਂ ਨਾਲ ਭਰੇ ਨੇ। ਆਮ ਅਸੀਂ ਘਰਾਂ ਦੇ ਵਿੱਚ ਲੜਾਈਆਂ ਦਾ ਕਾਰਨ ਵਹਿੰਦੇ ਆ। ਮਤਲਬ ਇੱਕ ਸੱਸ ਹੈ, ਉਹ ਕਹੀ ਜਾਂਦੀ ਮੇਰਾ ਕੋਈ ਕਸੂਰ ਨਹੀਂ, ਆਪਣਾ ਔਗਣ ਨਹੀਂ ਕਦੇ ਵੇਖਿਆ। ਐਵੇਂ ਇਹ ਸਮਝ ਲਵੋ। ਐਵੇਂ ਜਦੋਂ ਇਹ ਸਮਝਾਂਗੇ, ਕੋਈ ਦੂਜੀ ਬੀਬੀ ਹੈ, ਨੂੰਹ ਹੈ, ਉਹ ਕਹਿੰਦੀ ਮੇਰਾ ਕੋਈ ਕਸੂਰ ਨਹੀਂ, ਫਿਰ ਕਸੂਰ ਕਿਹਦਾ? ਇਹ ਤੇ ਦੇਖਣਾ ਪਏਗਾ ਕਿਹਦਾ।
ਦੋਵੇਂ ਕਹਿ ਰਹੇ ਨੇ ਮੇਰਾ ਕੋਈ ਕਸੂਰ ਨਹੀਂ। ਇਹਦਾ ਮਤਲਬ ਇਹ ਹੈ ਦੋਵੇਂ ਗੁਰੂ ਦੇ ਪ੍ਰੇਮੀ ਨਹੀਂ। ਮਹਾਰਾਜ ਕਹਿੰਦੇ ਜਿਹੜਾ ਆਪਣੇ ਆਪ ਨੂੰ ਭਲਾ ਕਹਾ ਰਿਹਾ ਹੈ ਇਹ ਸਮਝ ਲੈਣਾ ਚਾਹੀਦਾ ਉਹਦੇ ਅੰਦਰ ਭਲਾਈ ਹੈ ਹੀ ਨਹੀਂ। ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ, ਉਹਦੇ ਤੇ ਨੇੜੇ ਹੀ ਨਹੀਂ ਭਲਾਈ। ਜਿਹੜਾ ਇਹ ਕਹਿ ਰਿਹਾ ਹੈ ਮੈਂ ਨਹੀਂ ਕਦੀ ਪਾਪ ਕੀਤਾ, ਮੈਂ ਨਹੀਂ ਕਦੀ ਇਹਦੇ ਨਾਲ ਲੜਿਆ, ਇਹ ਇਹੀ ਲੜਦੀ ਹੈ ਮੇਰੇ ਨਾਲ, ਐਸਾ ਨਹੀਂ ਹੈ। ਦੋਵੇਂ ਲੜਦੇ ਨੇ। ਜੇ ਇੱਕ ਦੇ ਵਿੱਚ ਕਸੂਰ ਨਹੀਂ ਫਿਰ ਤਾਂ ਲੜਾਈ ਨਾ ਵੱਜੇ। ਜਿਹੜਾ ਕ੍ਰੋਧ ਹੁੰਦਾ ਹੈ ਅੱਗ ਦੀ ਨਿਆਈ ਹੈ। ਇੱਕ ਵਿੱਚ ਕ੍ਰੋਧ ਹੈ, ਜੇ ਦੂਜਾ ਸ਼ਾਂਤ ਹੋ ਜਾਏ ਫਿਰ ਤੇ ਲੜਾਈ ਚੱਲੇ ਹੀ ਨਾ। ਇਧਰੋਂ ਕੋਈ ਕ੍ਰੋਧ ਚ ਬੋਲਦਾ, ਦੂਜਾ ਬੋਲਦਾ, ਬਸ ਫਿਰ ਹੀ ਤੇ ਜੰਗ ਚੱਲਦੀ ਹੈ। ਇੱਕ ਬੋਲ ਰਿਹਾ ਦੂਜਾ ਚੁੱਪ ਹੋ ਜਾਏ। ਇੱਕ ਹੋਰ ਹੈ ਜਦੋਂ ਕ੍ਰੋਧ ਆਇਆ ਹੋਏਗਾ ਤੁਸੀਂ ਉਦੋਂ ਅਗਲੇ ਨੂੰ ਕੋਈ ਗੱਲ ਕੋ ਹੋਰ ਉੱਚਾ ਚੜ ਜਾਏ, ਹੋਰ ਉੱਚਾ ਬੋਲਦਾ ਹੈ ਜਿੰਨਾ ਜ਼ਿਆਦਾ। ਕਿਉਂਕਿ ਜਿਹੜੇ ਵਿਚਾਰ ਨੇ ਨਾ, ਵਿਚਾਰ ਇਹ ਹਵਾ ਦੀ ਨਿਆਈ ਹੁੰਦੇ ਨੇ। ਕ੍ਰੋਧ ਅੱਗ ਦੀ ਨਿਆਈ ਹੈ ਤੇ ਅੱਗ ਨੂੰ ਜਿੰਨੀ ਹਵਾ ਮਿਲੇਗੀ ਉਨੀ ਉੱਚੀ ਚੜ੍ਹਦੀ। ਇਸ ਕਰਕੇ ਸਿਆਣੇ ਪੁਰਖੇ ਕਹਿੰਦੇ ਹੁੰਦੇ ਸੀ ਜਦੋਂ ਕੋਈ ਇੱਕ ਕ੍ਰੋਧ ਦੇ ਵਿੱਚ ਹੋਏ ਦੂਜਾ ਚੁੱਪ ਹੋ ਜਾਏ ਲੜਾਈ ਉਦੋਂ ਹੀ ਖਤਮ ਹੋ ਜਾਏ, ਉਦੋਂ ਹੀ ਸ਼ਾਂਤੀ ਹੋ ਜਾਏ। ਕਰੀਏ ਕਿ ਦੋ ਕਹਿੰਦੇ ਨੇ, ਦੋਨੋਂ ਕਹਿੰਦੇ ਨੇ ਸਾਡਾ ਕਸੂਰ ਹੀ ਕੋਈ ਨਹੀਂ, ਐਸਾ ਨਹੀਂ ਹੈ। ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਨੇ ਮਨ ਐਵੇਂ ਹੀ ਦਸਾਂ ਦਿਸ਼ਾਵਾਂ ਵਿੱਚ ਭੱਜਦਾ ਹੈ, ਪਰ ਇਹਨੂੰ ਨਹੀਂ ਪਤਾ ਗੁਰੂ ਦਾ ਜਿਹੜਾ ਪ੍ਰੇਮ ਹੈ ਇਹ ਤੇਰੇ ਵਾਸਤੇ ਕਿੰਨਾ ਜ਼ਰੂਰੀ ਹੈ। ਚੋਪਈ ਤੁੰਜੇ ਤਾਏ ਖੁਆਵਣ ਹਾਰਾ ਕਰ ਰਾਖਤ ਹੈ ਅਸੋ ਬਦਨ ਮੰਜਾਰਾ। ਪਰ ਜਿਹੜਾ ਘੋੜੇ ਨੂੰ ਜਿਹਨੇ ਖਵਾਉਣਾ ਹੈ ਨਾ, ਜਿਹਦਾ ਘੋੜਾ ਹੈ, ਜਿਹਨੂੰ ਪਤਾ ਹੈ ਵੀ ਜਿਹਨੂੰ ਨਾ ਖਵਾਇਆ ਨੇ ਮਰ ਜਾਣਾ ਹੈ, ਜੇ ਉਹ ਮਸਾਲਾ ਲੈ ਕੇ ਖਲੋਤਾ ਹੀ ਰਵੇ, ਖਹਿੜਾ ਹੀ ਨਾ ਛੱਡੇ ਵੀ ਜਦੋਂ ਤਾਈਂ ਨਹੀਂ ਖਾਂਦਾ ਮੈਂ ਇਹਦੇ ਕੋਲੋਂ ਦੂਰ ਨਹੀਂ ਜਾਣਾ। ਹੋਏ ਤਖਤ ਸੋ ਖਾਏ ਮਸਾਲਾ ਰੋਗ ਦੇ ਮਿਟ ਜਾਤ ਵਿਸਾਲਾ। ਆਖਿਰ ਨੂੰ ਘੋੜਾ ਵੀ ਥੱਕ ਹੀ ਜਾਏਗਾ, ਕਿੰਨਾ ਕੁ ਟੱਪੇਗਾ, 5-4 ਘੰਟਿਆਂ 'ਚ ਥੱਕ ਜਾਂਦਾ ਹੈ। ਕਹਿੰਦੇ ਫਿਰ ਉਹ ਮਸਾਲੇ ਨੂੰ ਖਾ ਲੈਂਦਾ ਹੈ। ਜੇ ਆਲਸ ਕਰ ਨਹੀਂ ਖੁਆਵੇ ਤੋ ਲਗ ਰੋਗ ਨਾ ਅਸੋ ਨਾ ਜਾਵੇ। ਹੁਣ ਜੇ ਘੋੜੇ ਦਾ ਮਾਲਕ ਆਲਸ ਕਰ ਲੇ ਵੀ ਨਹੀਂ ਖਾਂਦਾ ਛੱਡ ਪਰਾਂ ਤੇ ਨਾ ਖਵਾਏ ਤੇ ਘੋੜੇ ਦਾ ਜਿਹੜਾ ਰੋਗ ਹੈ ਕਦੇ ਦੂਰ ਨਹੀਂ ਹੋਏਗਾ। ਕਹਿ ਮੁਖ ਮੈਂ ਜੋ ਦੀਨ ਮਸਾਲਾ ਸੋਤੀ ਗਰ ਦੇਗ ਤਤਕਾਲਾ। ਕਹਿੰਦੇ ਇਸ ਕਰਕੇ ਘੋੜੇ ਦੇ ਮੁਖ ਵਿੱਚ ਜਿਹੜਾ ਵੀ ਉਹ ਮਸਾਲਾ ਪਾਉਂਦੇ ਰਹਿੰਦੇ ਨੇ, ਘੋੜਾ ਜਿਹੜਾ ਫਟਾਫਟ ਖਾ ਜਾਂਦਾ ਹੈ। ਦੋਹਰਾ ਮਨ ਤੁਰੰਗ ਦੁਰਵਾਸਨਾ ਦੇਰਗ ਰੋਗ ਸੋ ਜਾਣਾ। ਕਹਿੰਦੇ ਇਸ ਕਰਕੇ ਸਾਡਾ ਵੀ ਮਨ ਜਿਹੜਾ ਉਹ ਘੋੜੇ ਦੀ ਨਿਆਈ ਹੈ। ਇਹਨੂੰ ਰੋਗ ਕਿਹੜਾ ਲੱਗਿਆ? ਕਹਿੰਦੇ ਇਹਨੂੰ ਵਾਸ਼ਨਾ ਦਾ, ਮੰਦੀ ਵਾਸ਼ਨਾ ਦਾ ਬੜਾ ਵੱਡਾ ਰੋਗ ਲੱਗਿਆ ਹੋਇਆ ਹੈ। ਸ਼ਬਦ ਧਿਆਨ ਮੈਂ ਜੋੜਨਾ ਦੇਖਜ ਤਾਂ ਪਹਿਚਾਨਾ। ਇਹ ਜਿਹੜੇ ਮਨ ਰੂਪੀ ਘੋੜੇ ਨੂੰ ਸ਼ਬਦ ਦੇ ਵਿੱਚ ਜੋੜਨਾ, ਸ਼ਬਦ ਦੇ ਧਿਆਨ ਵਿੱਚ ਜੋੜਨਾ, ਬਾਰ-ਬਾਰ ਵਾਹਿਗੁਰੂ ਵਿੱਚ ਜੋੜਨਾ, ਇਹ ਬੜੀ ਵੱਡੀ ਕਸਰਤ ਹੈ। ਇਹ ਕਰਦੇ ਰਹਿਣਾ ਚਾਹੀਦਾ ਹੈ। ਸੋ ਪਏ ਜਗੈ ਸ਼ਬਦ ਨੇ ਮਨ ਸਮਝਾਇਓ ਕਾਜ ਕਰਨ ਬਾਜ ਸਮ ਪਾਇਓ। ਕਹਿੰਦੇ ਬਸ ਐਵੇਂ ਸਮਝ ਲਓ, ਜਦੋਂ ਤੁਸੀਂ ਮਨ ਨੂੰ ਸਮਝਾਓਗੇ ਮਨਾ ਐਵੇਂ ਨਾ ਕਰ, ਮਨ ਨੇ ਨਹੀਂ ਸਮਝਣਾ, ਕਿਉਂਕਿ ਘੋੜੇ ਦੀ ਨਿਆਈ ਹੈ, ਪਹਿਲਾਂ ਟੱਪਣਾ ਕਰੇਗਾ। ਜਨਮ ਮਰਨ ਕੋ ਰੋਗ ਬਿਗਾਰਾ ਇਹ ਸ਼ਾਂਤ ਕੇ ਤਪ ਜੋ ਸੁਖਾਰਾ। ਪਰ ਕਿੰਨੀ ਕੁ ਦੇਰ ਭੱਜੇਗਾ? ਇੱਕ ਵਾਰੀ ਥੱਕ ਜਾਏਗਾ। ਜਦੋਂ ਇਹ ਥੱਕੇਗਾ ਉਦੋਂ ਹੀ ਇਹਨੇ ਫਿਰ ਗੁਰੂ ਦਾ ਸ਼ਬਦ ਅੰਦਰ ਧਰ ਲੈਣਾ ਹੈ। ਧਰੇਗਾ ਫਿਰ ਕੀ ਹੋਏਗਾ? ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ। ਇਹਦੇ ਮਨ ਦੇ ਵਿੱਚ ਸੁੱਖਾਂ ਦੀ ਰਾਸ ਆ ਜਾਏਗੀ। ਸੁਨ ਕੈ ਸ੍ਰੀ ਨਾਨਕੇ ਬਚਨਾ ਤਿਨ ਤੀਨੋ ਕੀਨੋ ਮਨ ਖਚਨਾ। ਕਹਿੰਦੇ ਗੁਰੂ ਨਾਨਕ ਸਾਹਿਬ ਦੇ ਇਹਨਾਂ ਤਿੰਨਾਂ ਨੇ ਬਚਨ ਸੁਣੇ, ਮਨ ਸ਼ਾਂਤ ਹੋ ਗਿਆ। ਕਰਨਾ ਵੀ ਇਵੇਂ ਚਾਹੀਦਾ। ਜੇ ਮਨ ਇੱਕ ਦਿਨ ਸਵੇਰੇ ਨਾ ਉੱਠੇ, ਬਾਣੀ ਨਾ ਪੜ੍ਹੇ, ਨੂੰ ਮਨ ਨੂੰ ਕਹਦੇ ਵੀ ਅੱਜ ਮੈਂ ਸਾਰਾ ਦਿਨ ਹੀ ਪੜ੍ਹਨੀ ਹੈ। ਮਨ ਨਾਲ ਲੜਨਾ ਤੇ ਹੈ ਹੀ, ਮਨ ਨੂੰ ਖਵਾਉਣੀ ਤੇ ਹੈ ਹੀ ਬਾਣੀ। ਜੇ ਜਿਹੜੇ ਨਾ ਸਵੇਰੇ ਖਾਏ, ਇਹਨੂੰ ਕਹੇ ਵੀ ਅੱਜ ਸਾਰਾ ਦਿਨ ਹੀ ਮੈਂ ਵਾਹਿਗੁਰੂ ਵਾਹਿਗੁਰੂ ਮੂੰਹ ਚੋਂ ਕਰਨਾ ਹੈ। ਇਹ 2 ਕੁ ਦਿਨ ਇਹਨੂੰ ਐਵੇਂ ਕਰੋ, ਤੀਜੇ ਦਿਨ ਆਪ ਹੀ ਇਹਨੇ ਕਹਿਣਾ ਸਵੇਰੇ 2 ਵਜੇ ਕਹੇਗਾ ਵੀ ਮੈਨੂੰ ਹੁਣੀ ਕਰ ਲਾ, ਹੁਣੀ ਜਪ ਲਾ, ਸਾਰਾ ਦਿਨ ਮੇਰੇ ਤੋਂ ਨਹੀਂ ਹੋਣਾ। ਮਨ ਦੇ ਨਾਲ ਲੜਾਈ ਕਿਵੇਂ ਹੋਏਗੀ? ਜੇ ਮਨ ਨੂੰ ਜਪਾਉਣਾ ਹੈ ਨਾਮ, ਫਿਰ ਤੇ ਇਵੇਂ ਹੀ ਜਪੇਗਾ।
ਜੇ ਸਵੇਰੇ ਨਹੀਂ ਨਾ ਜਪਦਾ ਉਹਨੂੰ ਕਹੇ ਵੀ ਅੱਜ ਦਿਨੇ ਵੇਖੀ ਫਿਰ ਤੇਰੇ ਨਾਲ ਕੀ ਬਣਦਾ, ਦਿਨੇ ਜਪਾਉਂ ਤੇਰੇ ਕੋਲ ਮੈਂ ਨਾਮ। ਫਿਰ ਜਦੋਂ ਦਿਨੇ ਨੂੰ ਬਾਰ-ਬਾਰ ਉਧਰ ਲਾਉਂਗੇ ਥੱਕ ਜਾਏਗਾ। ਜਦੋਂ ਇਹ ਥੱਕ ਜਾਏਗਾ ਫਿਰ ਇੱਕ ਸਵੇਰੇ ਹੀ ਕਹਿ ਦਿਆ ਕਰੇਗਾ 3-4 ਵਜੇ ਵੀ ਉੱਠੀਏ। ਸਰੀਰ ਤੇ ਉੱਠ ਪੈਂਦਾ ਹੈ, ਮਨ ਹੀ ਇਹਨੂੰ ਕਹਿੰਦਾ ਵੀ ਰਹਿਣ ਦੇ, ਸੋ ਜਾ, ਅਜੇ ਕਿਹੜਾ ਵੇ ਤੇ ਹਨੇਰਾ ਹੈ। 5 ਵਜੇ ਚਲੋ ਹੁਣੇ ਉੱਠਦੇ ਆ, 6 ਵੱਜ ਜਾਂਦੇ ਨੇ, 6 ਤੋਂ 7 ਵੱਜ ਜਾਂਦੇ ਨੇ, ਮਨੁੱਖ ਸੂਰਜਮੁਖੀ ਬਣ ਜਾਂਦਾ ਹੈ। ਸੂਰਜਮੁਖੀ ਦਾ ਕੀ ਹੈ, ਜੋ ਸੂਰਜ ਚੜ੍ਹਦਾ ਹੈ ਤੇ ਸੂਰਜਮੁਖੀ ਉੱਤੇ ਉੱਠਦੀ ਹੈ। ਐਵੇਂ ਅੱਜ ਮਨੁੱਖ ਸੂਰਜਮੁਖੀ ਬਣਿਆ, ਜਦੋਂ ਸੂਰਜ ਚੜ੍ਹਦਾ ਉਦੋਂ ਮਨੁੱਖ ਉੱਠਦਾ। ਮਹਾਰਾਜ ਦੇ ਜਦੋਂ ਉਹਨਾਂ ਨੇ ਬਚਨ ਸੁਣੇ, ਤਿੰਨੇ ਸਿੱਖਾਂ ਨੇ, ਪ੍ਰਿਥੀਮਲ ਨੇ, ਸਾਰਿਆਂ ਨੇ, ਭਾਈ ਰਾਮੇ ਨੇ, ਇਹਨਾਂ ਦਾ ਜਿਹੜਾ ਮਨ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਗਿਆ। ਜੇ ਸਤ ਸੰਗਤ ਸੁਣੈ ਸਿਧਾਵੇ, ਸੇਵਾ ਕਰੈ ਸ਼ਬਦ ਮੁਖ ਗਾਵੇ। ਹੁਣ ਜਿੱਥੇ ਵੀ ਉਹ ਸਤ ਸੰਗਤ ਵੇਖਦੇ ਸੀ, ਮਨ ਨੂੰ ਫਟਾਫਟ ਲੈ ਜਾਂਦੇ ਸੀ ਸਤ ਸੰਗਤ 'ਚ, ਗੁਰੂ ਦਾ ਸ਼ਬਦ ਗਾਉਣ ਲੱਗ ਪਏ, ਗੁਰੂ ਦੀ ਦੱਸੀ ਹੋਈ ਕਿਰਿਆ ਕਰਦੇ ਨੇ, ਨਾਮ ਦੇ ਵਿੱਚ ਮਨ ਜੋੜਨ ਲੱਗ ਪਏ ਹਨ। ਇਸ ਬਿਦ ਕੀ ਨ ਸ਼ਬਦ ਅਭਿਆਸਾ, ਨਿਜ ਸਰੂਪ ਭਾ ਗਿਆਨ ਪ੍ਰਕਾਸ਼ਾ। ਇਹਨੇ ਐਵੇਂ ਰੋਜ਼ ਅਭਿਆਸ ਕਰਦੇ ਨੇ, ਰੋਜ਼ ਅਭਿਆਸ ਕਰਨ ਦੇ ਕਾਰਨ ਰੋਜ਼ ਗੁਰੂ ਦੀ ਬਾਣੀ ਦਾ ਅਭਿਆਸ ਕਰਦੇ ਰਹਿੰਦੇ ਨੇ। ਅਭਿਆਸ ਕਰਦਿਆਂ ਉਹਨਾਂ ਨੂੰ ਆਪਣੇ ਨਿੱਜੀ ਸਰੂਪ ਦਾ ਗਿਆਨ ਹੋ ਗਿਆ ਹੈ। ਲੁੱਟ ਪਰਿਵਾਰ ਤਰੇ ਸੰਸਾਰਾ, ਗੁਰੂ ਉਪਦੇਸ਼ ਜੋ ਦਿੜ ਉਧਾਰਾ। ਐਵੇਂ ਉਹ ਪਰਿਵਾਰ ਸਮੇਤ ਦੁਨੀਆ ਤੋਂ ਤਰ ਗਏ, ਉਹਨਾਂ ਦਾ ਸਾਰਾ ਪਰਿਵਾਰ ਵੀ ਦੁਨੀਆ ਤੋਂ ਤਰਿਆ। ਸੋ ਅੱਜ ਦੀ ਇਹ ਕਥਾ ਆਪ ਜੀ ਨੇ ਸੁਣੀ ਹੈ। ਕੱਲ ਨੂੰ ਹੁਣ ਮਹਾਰਾਜ ਜੀ ਕੋਲ ਕਈ ਸਿੱਖਾਂ ਨੇ ਆਉਣਾ ਹੈ, ਕਈ ਸਿੱਖਾਂ ਨੇ, ਭਾਈ ਜੋਧ ਹੈ ਜਿਹਦੇ ਵਿੱਚ ਮਾਲੋ ਹੈ, ਮੰਗੋ ਹੈ, ਕਾਲੂ ਹੈ, ਕਈ ਸਿੱਖਾਂ ਨੇ ਉਪਦੇਸ਼ ਲੈਣ ਆਉਣਾ ਹੈ। ਹੁਣ ਕੱਲ ਦੀ ਕਥਾ ਵਿੱਚ ਅਸੀਂ ਵੇਖਾਂਗੇ ਵੀ ਉਹਨਾਂ ਨੇ ਕੀ ਗੁਰੂ ਜੀ ਨੂੰ ਪੁੱਛਿਆ ਤੇ ਗੁਰੂ ਮਹਾਰਾਜ ਨੇ ਕੀ ਉਹਨਾਂ ਨੂੰ ਜਵਾਬ ਦਿੱਤੇ। ਕੱਲ ਦੀ ਕਥਾ ਦੇ ਵਿੱਚ ਬੜੇ ਧਿਆਨਪੂਰਵਕ ਆਪ ਜੀ ਐਵੇਂ ਮਹਾਰਾਜ ਕਿਰਪਾ ਕਰਨ, ਸਤ ਸੰਗਤ ਦੇ ਵਿੱਚ ਜੁੜੋ, ਮਹਾਰਾਜ ਕਿਰਪਾ ਕਰਨ, ਨਾਮ ਦੀ ਦਾਤ, ਗੁਰਬਾਣੀ ਦੀ ਦਾਤ ਬਖਸ਼ ਕੇ ਜੀਵਨ ਸਫਲਾ ਕਰਨ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ, ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।